जगह ते बैठ जाओ जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। धन सो कागद कलम धन धन भांडा धन मस धन लिखारी नानका जिन नाम लिखाया सच। ਅੱਜ ਦੀ ਅਸੀਂ ਜਿਹੜਾ ਅੱਜ ਸਾਡਾ 5th ਡੇ ਹੈ ਤੇ ਅੱਜ ਅਸੀਂ ਆਪਣੀ 5ਵੀਂ ਮੁਹਾਰ ਸਿੱਖਾਂਗੇ। ਕੱਲ ਤੱਕ ਕਾਫੀ ਬੱਚਿਆਂ ਦੇ ਆਲਮੋਸਟ ਸਾਰੇ ਡਾਊਟਸ ਕਲੀਅਰ ਹੋ ਗਏ ਸਨ ਤੇ ਜਿਹੜੇ ਕੁਝ ਅੱਖਰਾਂ 'ਚ ਉਹਨਾਂ ਨੂੰ ਪ੍ਰੋਬਲਮ ਸੀ ਉਹਨਾਂ ਨੂੰ ਉਹ ਅੱਖਰਾਂ ਦੀ ਸਪੈਸ਼ਲ ਵੀਡੀਓ ਭੇਜ ਦਿੱਤੀ ਗਈ ਸੀ ਜਿਸ ਨਾਲ ਉਹਨਾਂ ਦੇ ਅੱਖਰ ਦੀ ਜਿਹੜੇ ਡਾਊਟ ਸੀ ਉਹ ਕਲੀਅਰ ਹੋ ਗਏ ਸਨ ਤੇ ਉਹ ਚੈਨਲ ਤੇ ਵੀ ਅਪਲੋਡ ਕੀਤੇ ਹੋਏ ਨੇ। ਸੋ ਆਪ ਜੀ ਉੱਥੋਂ ਦੇਖ ਸਕਦੇ ਹੋ। ਜੇ ਕੋਈ ਵੀ ਡਾਊਟ ਹੋਏ ਤਾਂ ਆਪ ਜੀ ਸੈਸ਼ਨ ਦੇ ਵਿੱਚ ਨਾਲ ਪੁੱਛ ਸਕਦੇ ਹੋ ਚੈਟ ਬਾਕਸ ਵਿੱਚ ਜਾਂ ਹੈਂਡ ਰੇਜ਼ ਕਰਕੇ। ਅੱਜ ਦੀ ਮੁਹਾਰ ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ। ਵਾਹਿਗੁਰੂ ਜੀ ਸਾਰਿਆਂ ਨੂੰ ਆਡੀਬਲ ਹੈ। ਅਗਰ ਕਿਸੇ ਨੂੰ ਨਹੀਂ ਆਡੀਬਲ ਤਾਂ ਪਲੀਜ਼ ਚੈਟ ਬਾਕਸ ਵਿੱਚ ਦੱਸ ਦਿਓ ਫਿਰ ਅਸੀਂ ਚੈੱਕ ਕਰ ਲੈਂਦੇ ਹਾਂ। ਠੀਕ ਹੈ। ਅੱਜ ਅਸੀਂ ਆਪਣੀ ਮੁਹਾਰ ਇਹ ਸਾਡੀ ਲਾਸਟ ਮੁਹਾਰ ਹੈ ਇਹ ਸਿੱਖਾਂਗੇ। ਇਹ ਮੁਹਾਰ ਹੈ ਆਵਲੀ। ਇਸ ਤੋਂ ਸਾਡੇ 2 ਅੱਖਰ ਬਣਨਗੇ। ਇਸ ਮੁਹਾਰ ਨੂੰ ਬਣਾਉਣ ਲਈ ਸਾਡਾ ਪਹਿਲਾ ਸਟੈਪ ਹੈ ਕਿ ਅਸੀਂ ਪਹਿਲਾਂ ਬਿਲਕੁਲ ਸਟ੍ਰੇਟ ਲਾਈਨ ਖਿੱਚਣੀ ਹੈ। ਸਟ੍ਰੇਟ ਲਾਈਨ ਖਿੱਚਣ ਤੋਂ ਬਾਅਦ ਅਸੀਂ ਇਧਰੋਂ ਸਟਾਰਟਿੰਗ ਤੋਂ ਨਹੀਂ ਥੋੜਾ ਜਿਹਾ ਅੱਗੋਂ ਥੱਲੇ ਲੈ ਕੇ ਆਣਾ ਹੈ ਬਿਲਕੁਲ ਸਟ੍ਰੇਟ ਤੇ ਟ੍ਰਾਇੰਗੂਲਰ ਸ਼ੇਪ ਬਣਾਉਂਦੇ ਹੋਏ ਅਸੀਂ ਨੂੰ ਉੱਪਰ ਲੈ ਕੇ ਜਾਣਾ ਹੈ। ਇਹ ਸਾਡਾ ਸੈਕੰਡ ਸਟੈਪ ਹੈ। ਇਹ ਥਰਡ ਸਟੈਪ ਹੈ। आज ਨੂੰ ਬੇਨਤੀ ਹੈ ਕਿ ਆਪ ਜੀ ਇੱਥੇ ਤੱਕ ਬਣਾ ਲਓ ਫਿਰ ਅਸੀਂ ਇੱਥੋਂ ਆਪਣੇ 2 ਅੱਖਰ ਬਣਾਵਾਂਗੇ। ਜੇ ਇੱਥੇ ਤੱਕ ਬਣ ਚੁੱਕਾ ਹੈ ਤਾਂ ਆਪ ਜੀ ਚੈਟ ਬਾਕਸ ਵਿੱਚ ਹੈਂਡ ਰੇਜ਼ ਕਰ ਦਿਓ ਜਾਂ ਚੈਟ ਬਾਕਸ ਦੱਸ ਦਿਓ ਕਿ ਇਹ 3 ਸਟੈਪ ਹੋ ਚੁੱਕੇ ਹਨ। ਠੀਕ ਹੈ। ਸਭ ਤੋਂ ਪਹਿਲਾਂ ਇਹੀ ਮੁਹਾਰ ਅਸੀਂ ਦੋਨੋਂ ਪਾਸੇ ਬਣਾ ਲਾਂਗੇ। ਪਹਿਲਾ ਅੱਖਰ ਇਸ ਤੋਂ ਬਣਦਾ ਹੈ ਲੱਲਾ। ਇੱਥੋਂ ਦੀ ਚੱਕਣਾ ਹੈ ਉੱਪਰੋਂ ਦੀ ਥੱਲੋਂ ਦੀ ਨਹੀਂ ਚੱਕਣਾ ਉੱਪਰੋਂ ਦੀ ਚੱਕਣਾ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ। ਇਹ ਸਾਡਾ ਹੋ ਗਿਆ ਲੱਲਾ। ਇਹ 4th ਸਟੈਪ ਹੈ ਇਹ ਵਾਲੀ ਡੰਡੀ ਤੇ 5th ਸਟੈਪ ਹੈ ਇਹ ਵਾਲੀ ਡੰਡੀ। ਰਿਪੀਟ ਇਹਨੂੰ ਹਾਂਜੀ ਕਿਸੇ ਸੰਗਤ ਚੋਂ ਕਿਹਾ ਕਿਸੇ ਨੇ ਕਿ ਰਿਪੀਟ ਕਰਨਾ ਹੈ। ਪਹਿਲਾਂ ਅਸੀਂ ਇਹ ਵਾਲੀ ਮੁਹਾਰ ਦੇ 3 ਸਟੈਪ ਬਣਾਵਾਂਗੇ ਇੱਥੇ। ਉਸ ਤੋਂ ਬਾਅਦ ਜਦੋਂ ਅਸੀਂ ਲੱਲਾ ਬਣਾਉਣਾ ਹੈ ਤਾਂ ਲੱਲਾ ਬਣਾਉਣ ਵਾਸਤੇ ਸਾਨੂੰ ਪਹਿਲਾਂ ਇਹ ਵਾਲੀ ਲਾਈਨ ਲਗਾਣੀ ਹੈ ਜੋ ਕਿ ਸਾਡਾ 4th ਸਟੈਪ ਹੈ। ਫਿਰ ਉੱਪਰੋਂ ਦੀ ਹੀ ਚੱਕ ਕੇ ਆਪਣੀ ਆ ਵੱਡੀ ਵਾਲੀ ਲਾਈਨ ਲਗਾਣੀ ਹੈ। ਇਹ ਸਾਡਾ 5th ਸਟੈਪ ਹੈ। ਇੱਥੋਂ ਦੀ ਨਹੀਂ ਕਰਨਾ ਉੱਪਰੋਂ ਦੀ ਕਰਨਾ। ਜਿਵੇਂ ਆਪ ਜੀ ਦੀ ਨੋਟਬੁੱਕ ਹੈ ਉਸ ਦੇ ਵਿੱਚ ਪਹਿਲਾਂ ਤਾਂ ਅਸੀਂ ਆਪਣੀ ਮੁਹਾਰ ਬਣਾਈ ਫਿਰ ਇੱਥੋਂ ਥੱਲੇ ਲੈ ਕੇ ਜਾਣਾ ਤੇ ਜਿਹੜੀ 5th ਸਟੈਪ ਹੈ ਉਸ ਵਿੱਚ ਇਹਨੂੰ ਥੱਲੇ ਤੱਕ ਲੈ ਕੇ ਜਾਣਾ। ਅਗਰ ਲੱਲਾ ਕਲੀਅਰ ਹੈ ਤਾਂ ਫਿਰ ਅਸੀਂ ਅੱਗੇ ਚੱਲਦੇ ਹਾਂ। ਬਸ ਇਹੀ 2 ਸਟੈਪ ਇਸ ਵਿੱਚ ਹਨ। ਅਗਰ ਆਪ ਜੀ ਦੀ ਬੇਸਿਕ ਮੁਹਾਰ ਬਣ ਗਈ ਹੈ। ਲੱਲਾ ਕਲੀਅਰ ਹੈ ਵਾਹਿਗੁਰੂ ਸਾਰਿਆਂ ਨੂੰ? ਠੀਕ ਹੈ। ਇਸੀ ਮੁਹਾਰ ਤੋਂ ਦੂਸਰਾ ਅੱਖਰ ਬਣਦਾ ਹੈ ਝੱਜਾ। ਝੱਜੇ ਵਾਸਤੇ ਵੀ ਪਹਿਲਾਂ ਅਸੀਂ ਇਹੀ ਮੁਹਾਰ ਬਣਾਵਾਂਗੇ। ਉਸ ਤੋਂ ਬਾਅਦ ਇਹਨੂੰ ਇੱਥੋਂ ਦੀ ਆਪਣੀ ਕਲਮ ਜਾਂ ਪੈਨਸਿਲ ਜੋ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਥੱਲੇ ਲੈ ਆਵਾਂਗੇ। ਕਈ ਬੱਚੇ ਇਸ ਤਰ੍ਹਾਂ ਕਰਦੇ ਹਨ ਜੋ ਕਿ ਗਲਤ ਹੈ। ਇਹ ਅਸੀਂ ਕੀਤਾ ਲੱਲੇ ਦੇ ਵਿੱਚ। ਅਗਰ ਅਸੀਂ ਲੱਲੇ ਦੇ ਵਿੱਚ ਕਰਦੇ ਹਾਂ ਤਾਂ ਫਿਰ ਠੀਕ ਹੈ। ਜਦੋਂ ਅਸੀਂ ਇਹਨੂੰ ਝੱਜੇ ਦੇ ਵਿੱਚ ਕਰਦੇ ਹਾਂ ਤਾਂ ਅਸੀਂ ਇੱਥੋਂ ਦੀ ਨਹੀਂ ਲੈ ਕੇ ਜਾਣਾ ਅਸੀਂ ਇਹਨੂੰ ਲੈ ਕੇ ਜਾਣਾ ਹੈ ਇੱਥੋਂ ਦੀ।
ਇਹ ਸਾਡਾ ਬਣ ਗਿਆ ਝੱਜਾ। ਉੱਪਰ ਲੱਲੇ ਦੀ ਮੁਹਾਰ, ਥੱਲੇ ਕੱਕਾ। ਸੋ ਫਾਈਨਲੀ ਝੱਜਾ ਕਿਸ ਤਰ੍ਹਾਂ ਬਣੇਗਾ? ਪਹਿਲਾਂ ਅਸੀਂ ਆਪਣੀ ਮੁਹਾਰ ਬਣਾਵਾਂਗੇ, ਉਸ ਤੋਂ ਬਾਅਦ ਅੱਗੋਂ ਦੀ ਚੱਕ ਕੇ ਪਿੱਛੇ ਲੈ ਕੇ ਜਾਵਾਂਗੇ ਤੇ ਅਸੀਂ ਬਣਾਵਾਂਗੇ ਆਪਣਾ ਕੱਕਾ, ਜਿਸ ਤਰ੍ਹਾਂ ਕੱਕਾ ਸਿੱਖਿਆ ਸੀ, ਤੇ ਸਾਡਾ ਬਣ ਜਾਏਗਾ ਝੱਜਾ। ਹਾਂਜੀ ਵਾਹਿਗੁਰੂ, ਝੱਜਾ ਬਣਾਉਣ ਵਾਸਤੇ ਸਾਨੂੰ ਪਹਿਲਾਂ ਆਪਣੇ ਲੱਲੇ ਦੀ ਮੁਹਾਰ ਹੀ ਰਿਪੀਟ ਕਰਨੀ ਹੈ। ਉਸ ਤੋਂ ਬਾਅਦ ਥੱਲੇ ਜਿਵੇਂ ਅਸੀਂ ਕੱਕਾ ਬਣਾਇਆ ਸੀ ਉਵੇਂ ਥੱਲੋਂ ਦੀ ਬਣਾ ਦੇਣਾ ਹੈ। ਇਸ ਵਿੱਚ ਮੈਂ ਜਾਣ ਕੇ ਮਿਸਟੇਕ ਕੀਤੀ ਤਾਂ ਕਿ ਸਾਡੇ ਕੋਲ ਬਾਅਦ ਚੋਂ ਮਿਸਟੇਕ ਨਾ ਹੋਵੇ। ਅਸੀਂ ਵਿੱਚੋਂ ਦੀ ਲਾਈਨ ਖਿੱਚ ਕੇ, ਮਤਲਬ ਇਹਦੇ ਵਿੱਚੋਂ ਦੀ ਲਾਈਨ ਖਿੱਚ ਕੇ ਕੱਕਾ ਨਹੀਂ ਬਣਾਉਣਾ, ਇਹ ਇਸ ਤਰ੍ਹਾਂ ਝੱਜਾ ਨਹੀਂ ਬਣੇਗਾ ਸਾਡਾ। ਪਹਿਲਾਂ ਉਹ ਮੁਹਾਰ ਬਣਾ ਕੇ ਤੇ ਇਸਦੇ ਥੱਲੋਂ ਦੀ ਲਿਜਾ ਕੇ ਅਸੀਂ ਕੱਕਾ ਬਣਾਉਣਾ, ਤਾਂ ਇਹ ਸਾਡਾ ਬਣ ਜਾਏਗਾ ਝੱਜਾ। ਆ ਸਾਡੀ ਬੇਸਿਕ ਮੁਹਾਰ ਹੈ ਜੋ ਅਸੀਂ ਉੱਪਰ ਸਿੱਖੀ, ਆ ਵਾਲੀ। ਥੱਲੇ ਹੈ ਕੱਕਾ, ਜੋ ਅਸੀਂ ਪਹਿਲਾਂ ਕੱਕਾ ਸਿੱਖਿਆ ਸੀ। ਹਾਂਜੀ ਵਾਹਿਗੁਰੂ, ਕਿਸੇ ਨੂੰ ਝੱਜੇ 'ਚ ਕੋਈ ਪ੍ਰੋਬਲਮ ਹੈ ਤਾਂ ਉਹ ਪੁੱਛ ਸਕਦੇ ਹਨ ਆਪਣਾ ਹੈਂਡ ਰੇਜ਼ ਕਰਕੇ। ਹਾਂਜੀ ਵਾਹਿਗੁਰੂ, ਕਲੀਅਰ ਹੈ ਸਾਰਿਆਂ ਨੂੰ? ਠੀਕ ਹੈ। ਹੁਣ ਸਾਡੇ ਮੁਹਾਰਾਂ ਵਾਲੇ ਸਾਰੇ ਅੱਖਰ ਕੰਪਲੀਟ ਹੋ ਜਾਂਦੇ ਹਨ। ਬਿਨਾਂ ਮੁਹਾਰ ਤੋਂ ਅਸੀਂ ਆਹ ਵਾਲੇ ਅੱਖਰ ਕੀਤੇ ਸਨ। ਹੁਣ ਅਸੀਂ ਇਸ ਅੱਖਰਾਂ ਤੋਂ ਅੱਗੇ ਚੱਲਾਂਗੇ ਤੇ ਸਾਡੇ ਹੁਣ 3 ਅੱਖਰ ਰਹਿ ਗਏ ਹਨ ਬਿਨਾਂ ਮੁਹਾਰ ਵਾਲੇ, ਉਹ ਅਸੀਂ ਕੰਪਲੀਟ ਕਰਾਂਗੇ। ਬਿਨਾਂ ਮੁਹਾਰ ਦੇ ਅੱਖਰਾਂ ਦੇ ਵਿੱਚ ਸਾਡੇ 3 ਅੱਖਰ ਰਹਿੰਦੇ ਹਨ, ਜਿਨ੍ਹਾਂ ਚੋਂ ਪਹਿਲਾ ਅੱਖਰ ਹੈ ੰਗਾ। ੰਗਾ ਬਣਾਉਣ ਵਾਸਤੇ ਸਾਨੂੰ ਇੱਥੇ ਲੈ ਕੇ ਆਣਾ, ਉਸ ਤੋਂ ਬਾਅਦ ਇੱਥੋਂ ਅਸੀਂ ਆਪਣਾ ਕੱਕਾ ਬਣਾਵਾਂਗੇ। ਇਹ ਸਾਡਾ ਬਣ ਜਾਏਗਾ ੰਗਾ। ਵਾਹਿਗੁਰੂ, ਕਿਸੇ ਨੇ ਹੁਣੇ ਕੋਈ ਕੁਐਸਚਨ ਰੇਜ਼ ਕੀਤਾ, ਬੇਨਤੀ ਹੈ ਕਿ ਉਹ ਦੁਬਾਰਾ ਪੁੱਛ, ਚੈਟ ਬਾਕਸ ਵਿੱਚ ਇੱਕ ਵਾਰ ਦੁਬਾਰਾ ਪੁੱਛ ਲੈਣ। ਇਸ ਅੱਖਰ ਵਿੱਚ ਪਹਿਲਾ ਸਟੈਪ ਹੈ ਕਿ ਤੁਸੀਂ ਉੱਪਰ ਵਾਲੀ ਲਾਈਨ ਲਗਾਣੀ ਹੈ। ਸੈਕੰਡ ਸਟੈਪ ਦੇ ਵਿੱਚ ਇੱਥੋਂ ਦੀ ਨੂੰ ਥੱਲੇ ਲੈ ਕੇ ਜਾਣਾ ਹੈ ਤੇ ਥਰਡ ਸਟੈਪ ਦੇ ਵਿੱਚ ਅਸੀਂ ਕੱਕਾ ਬਣਾ ਲਾਂਗੇ, ਤਾਂ ਸਾਡਾ ਬਣ ਜਾਏਗਾ ੰਗਾ। ਇਸ ਵਿੱਚ ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਹੈ? ਅਗਰ ਜਾਂ ਫਿਰ ਕਿਸੇ ਨੂੰ ਸਮਝ ਨਹੀਂ ਆਇਆ ਤਾਂ ਪੁੱਛ ਸਕਦੇ ਹਨ। ਝੱਜਾ। ਝੱਜਾ। ਝੱਜਾ ਅਸੀਂ ਇਸ ਤੋਂ ਬਾਅਦ ਕਰਦੇ ਹਾਂ। ਪਹਿਲਾਂ ਬਿਨਾਂ ਮੁਹਾਰ ਦੇ ਅੱਖਰ ਕੁਝ ਲਿੰਕਡ ਨੇ, ਉਹ ਪਹਿਲਾਂ ਅਸੀਂ ਖਤਮ ਕਰ ਲਈਏ, ਉਸ ਤੋਂ ਬਾਅਦ ਅਸੀਂ ਝੱਜੇ ਤੇ ਵੀ ਆਵਾਂਗੇ। ਸੈਕੰਡ ਅੱਖਰ ਜੋ ਅਸੀਂ ਕਰਨਾ ਹੈ ਉਹ ਹੈ ਹਾਹਾ। ਹਾਹੇ ਵਾਸਤੇ ਬਹੁਤ ਸਿੰਪਲ ਹੈ। ਪਹਿਲਾਂ ਅਸੀਂ ਉੱਪਰ ਸਟ੍ਰੇਟ ਲਾਈਨ ਖਿੱਚਣੀ ਹੈ, ਫਿਰ ਇਸ ਨੂੰ ਥੱਲੇ ਲੈ ਕੇ ਆਣਾ ਹੈ, ਉੱਪਰ ਲੈ ਕੇ ਆਣਾ ਹੈ, ਇੱਥੋਂ ਮੋੜਨਾ ਹੈ ਪਰ ਜੋੜਨਾ ਨਹੀਂ ਹੈ। ਸਾਡਾ ਪਹਿਲਾ ਸਟੈਪ ਹੈ ਉੱਪਰੋਂ ਲਾਈਨ ਲਗਾਣੀ। ਸੈਕੰਡ ਸਟੈਪ ਦੇ ਵਿੱਚ ਥੱਲੇ ਲੈ ਕੇ ਆਣਾ। ਥਰਡ ਸਟੈਪ ਦੇ ਵਿੱਚ ਅਸੀਂ ਨੂੰ ਉੱਪਰ ਲੈ ਕੇ ਜਾਣਾ ਤੇ ਇੱਥੋਂ ਮੋੜ ਲੈਣਾ, ਪਰ ਪੂਰਾ ਨਹੀਂ ਜੋੜਨਾ, ਇਹਨੂੰ ਖੁੱਲਾ ਛੱਡਣਾ, ਇਹਨੂੰ ਕਹਿੰਦੇ ਹਾਹਾ।
तीसरा अखर है साडा नन्ना। नन्ना बनाने वास्ते असीं पहला स्ट्रेट लाइन खिंचांगे, सेंटर चों थल्ले लेके आवांगे, उस तो बाद इनू घुमा के जिवें असीं ठट्ठे च बनाया सी उवें तो हाफ सर्कल बना लांगे। ਜਿਹੜਾ ਨੈਕਸਟ ਹਾਫ ਸਰਕਲ ਆ ਉਹ ਅਸੀਂ ਇਹਨੂੰ ਥੱਲੇ ਲੈ ਕੇ ਚਲ ਜਾਵਾਂਗੇ। ਜਦੋਂ ਅਸੀਂ ਹਰ ਅੱਖਰ ਦੇ ਪਿੱਛੇ ਇਸ ਤਰ੍ਹਾਂ ਲਾਈਨ ਖਿੱਚਦੇ ਹਾਂ ਤਾਂ ਇਸ ਨੂੰ ਬੋਲਦੇ ਹਨ ਤੀਰ ਮੁਖੀ। ਇਸ ਨੂੰ ਕਹਿੰਦੇ ਹਨ ਤੀਰ ਮੁਖੀ ਅੱਖਰ। ਸੰਗਤ ਚੋਂ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਝੱਜਾ ਕਿਵੇਂ ਬਣਨਾ ਹੈ। ਹੁਣੇ ਅਸੀਂ ਝੱਜਾ ਸਿੱਖਿਆ ਸੀ, ਜਿਹੜੀ ਹੁਣੇ ਮੁਹਾਰ ਸਿੱਖੀ ਉਸ ਵਿੱਚ ਅਸੀਂ ਪਹਿਲਾਂ ਇਹ ਮੁਹਾਰ ਬਣਾ ਲੈਣੀ ਹੈ। ਝੱਜੇ ਬਣਾਉਣ ਵਿੱਚ ਮੇਨ ਧਿਆਨ ਰੱਖਣਾ ਕਿ ਇੱਥੋਂ ਸਟਾਰਟ ਕਰਕੇ ਤੇ ਫਿਰ ਕੱਕਾ ਬਣਾ ਲੈਣਾ। ਇਸ ਵਿੱਚ ਇੰਪੋਰਟੈਂਟ ਗੱਲ ਇਹ ਯਾਦ ਰੱਖਣੀ ਸੀ ਕਿ ਇੱਥੋਂ ਸਟਾਰਟ ਨਹੀਂ ਕਰਨਾ, ਇੱਥੋਂ ਸਟਾਰਟ ਕਰਨਾ ਹੈ ਆਪਣਾ ਕੱਕਾ ਬਣਾਉਣਾ ਤਾਂ ਕਿ ਸਾਡਾ ਝੱਜਾ ਬਣ ਸਕੇ। ਇੱਥੇ ਤੱਕ ਸਾਡੀ 35 ਖਤਮ ਹੁੰਦੀ ਹੈ, ਪਰ ਪੂਰਨ ਤਰੀਕੇ ਨਾਲ ਇਹ ਹਜੇ ਸਮਾਪਤ ਨਹੀਂ ਹੋਈ। ਆਪ ਜੀ ਦੱਸ ਦਿਓ ਕਿ ਆਪ ਜੀ ਨੂੰ ਹੁਣ ਤੱਕ ਜਿਹੜੇ ਅੱਖਰ ਕੀਤੇ ਇਹਨਾਂ ਵਿੱਚ ਕਿਸੇ ਵਿੱਚ ਵੀ ਕੋਈ ਡਾਊਟ ਹੈ ਤਾਂ ਆਪ ਜੀ ਪੁੱਛ ਸਕਦੇ ਹੋ। ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਕਿ ਤੀਰ ਮੁਖੀ ਤੋਂ ਇਲਾਵਾ ਹੋਰ ਕਿਸ ਫੌਂਟ ਦੇ ਅੱਖਰ ਬਣ ਸਕਦੇ ਹਨ। ਹੁਣ ਅਗਰ ਇਹਨਾਂ ਅੱਖਰਾਂ ਵਿੱਚ ਕਿਸੇ ਵੀ ਅੱਖਰ ਵਿੱਚ, ਕਿਉਂਕਿ ਹੁਣ ਸਾਡੀ 35 ਖਤਮ ਹੋ ਚੁੱਕੀ ਹੈ, ਅਗਰ ਇਹ 35 ਵਿੱਚ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਡਾਊਟ ਹੈ ਤਾਂ ਉਹ ਪੁੱਛ ਸਕਦੇ ਹਨ। ਜੇ ਨਹੀਂ ਆਂਦਾ प्लीज अपने हैंड रेज कर दो। बब्बा दस दो। बब्बा बब्बा बनाने वास्ते ਅਸੀਂ ਜਿਹੜੀ ਪੱਪੇ ਵਾਲੀ ਮੁਹਾਰ ਸਿੱਖੀ ਸੀ ਉਸ ਵਾਂਗ ਕੁਝ ਡੰਡੀ ਬੰਨੀ ਸੀ ਤੇ ਅੱਗੋਂ ਮੁਹਾਰ ਬੰਨੀ ਸੀ। ਇਹਦੇ ਵਿੱਚ ਅਸੀਂ ਰਾਣਾ ਸਿੱਖਿਆ ਸੀ ਤੇ ਬੱਬਾ ਸਿੱਖਿਆ ਸੀ। ਇਸ ਮੁਹਾਰ ਦੇ ਅਸੀਂ ਦੋ ਅੱਖਰ ਸਿੱਖੇ ਸਨ, ਇੱਕ ਰਾਣਾ ਸਿੱਖਿਆ ਸੀ, ਇੱਕ ਬੱਬਾ ਸਿੱਖਿਆ ਸੀ। ਉਸੇ ਮੁਹਾਰ ਦੇ ਨਾਲ ਹੁਣ ਅਸੀਂ ਬਣਾਵਾਂਗੇ। ਪਹਿਲਾਂ ਅਸੀਂ ਮੁਹਾਰ ਬਣਾ ਲਈ, ਥੱਲੇ ਲੈ ਕੇ ਆਏ, ਇੱਥੋਂ ਘੁਮਾਇਆ, ਥੱਲੋਂ ਗੋਲ, ਇਹ ਤਾਂ ਥੋੜਾ ਤਿੱਖਾ, ਤੇ ਫਿਰ ਜਿਵੇਂ ਪੱਪੇ ਦੇ ਵਿੱਚ ਪਿੱਛੇ ਲਾਈਨ ਮਾਰਦੇ ਸੀ ਉਵੇਂ ਹੀ ਇੱਥੇ ਵੱਜੇਗੀ। ਇਹ ਲਾਈਨ ਘੁੰਮੀ ਹੋਈ ਹੋਣੀ ਚਾਹੀਦੀ ਹੈ, ਪਲੱਸ ਇੱਥੋਂ ਤਿੱਖਾ ਹੋਣਾ ਚਾਹੀਦਾ ਹੈ, ਤੇ ਉੱਪਰ ਵਾਲੀ ਮੁਹਾਰ ਹੈ ਸਾਡੀ। ਨੰਨਾ ਦੁਬਾਰਾ ਨੰਨਾ ਬਣਾਉਣ ਵਾਸਤੇ ਅਸੀਂ ਪਹਿਲਾਂ ਤਾਂ ਸਟੈਪ ਸੀ ਕਿ ਪਹਿਲਾਂ ਉੱਪਰੋਂ ਸਟ੍ਰੇਟ ਲਾਈਨ ਲਗਾਣੀ ਹੈ। ਸੈਕਿੰਡ ਸਟੈਪ ਦੇ ਵਿੱਚ ਅਸੀਂ ਇੱਥੇ ਹਾਫ ਸਰਕਲ ਬਣਾਇਆ, ਅੱਧਾ ਗੋਲਾ। ਉਸ ਤੋਂ ਬਾਅਦ ਅਸੀਂ ਅੱਗੋਂ ਦੀ ਲਿਜਾਂਦੇ ਹੋਏ ਥੱਲੇ ਤੱਕ ਲੈ ਕੇ ਆਣਾ। ਅਗਰ ਜਿਵੇਂ ਕਿਸੇ ਕੋਲ ਪੰਜਾਬੀ ਦੀ ਕਾਪੀ ਹੈ ਤਾਂ ਉਹਨਾਂ ਨੇ ਨੰਨਾ ਬਣਾਉਣ ਵਾਸਤੇ ਪਹਿਲਾਂ ਉੱਪਰ ਸਟ੍ਰੇਟ ਲਾਈਨ, ਸੈਂਟਰ ਚੋਂ ਥੱਲੇ ਲੈ ਕੇ ਆਏ, ਇੱਥੋਂ ਘੁਮਾ ਕੇ ਇਸ ਪਾਸੇ ਤੇ ਅੱਗੋਂ ਦੀ ਲੈ ਕੇ ਜਾਣਾ ਹੈ ਥੱਲੇ ਦੂਸਰੀ ਲਾਈਨ ਤੱਕ। ਆਪਣਾ ਹੱਥ ਤੇ ਰਿਸਟ੍ਰਿਕਟ ਕਰ ਲੈਣਾ ਹੈ, ਤੋਂ ਥੱਲੇ ਨਹੀਂ ਆਉਣ ਦੇਣਾ। ਹੱਥਾਂ ਵਿੱਚ ਸਹਿਜ ਹੋਏਗਾ ਤਾਂ ਹੀ ਅੱਖਰ ਹੋਰ ਸੋਹਣੇ ਬਣਨਗੇ। ਮੁਹਾਰ ਰਿਪੀਟ ਕਰ ਦੋ। ਹਾਂਜੀ ਵੇਖੋ ਕਿਹੜੀ ਮੁਹਾਰ, ਜਿਹੜੀ ਅਸੀਂ ਅਖੀਰ ਚ ਕੀਤੀ। ਸੰਗਤ ਚੋਂ ਕਿਸੇ ਨੇ ਸਵਾਲ ਪੁੱਛਿਆ ਹੈ ਕਿ ਮੁਹਾਰ ਰਿਪੀਟ ਕਰ ਦਿਓ, ਕਿਹੜੀ ਮੁਹਾਰ? ਵਾਹਿਗੁਰੂ ਜੀ ਕਿਹੜੀ ਮੁਹਾਰ ਆਪ ਜੀ ਕਹਿ ਰਹੇ ਹੋ ਕਿ ਰਿਪੀਟ ਕਰਨੀ ਹੈ? ਜਿਹੜੀ ਅਸੀਂ ਆਖਰੀ ਮੁਹਾਰ ਕੀਤੀ ਉਸ ਵਿੱਚ ਅਸੀਂ ਝੱਜਾ ਤੇ ਲੱਲਾ ਬਣਾਇਆ ਸੀ। ਝੱਜਾ ਤੇ ਲੱਲੇ ਬਣਾਉਣ ਵਾਸਤੇ ਅਸੀਂ ਸਿੰਪਲੀ ਪਹਿਲੀ ਲਾਈਨ ਲਗਾਈ ਤੇ ਸੈਂਟਰ ਚੋਂ ਇਸ ਤਰ੍ਹਾਂ ਟ੍ਰਾਇੰਗੂਲਰ ਸ਼ੇਪ ਬਣਾਈ। ਸਾਡੀ ਪਹਿਲੀ ਇਹ ਮੁਹਾਰ ਬਣ ਗਈ। ਇਸ ਮੁਹਾਰ ਤੋਂ ਅਸੀਂ ਝੱਜਾ ਬਣਾਇਆ ਤੇ ਲੱਲਾ ਬਣਾਇਆ। ਇਸੀ ਮੁਹਾਰ ਤੋਂ ਇਹ ਮੁਹਾਰ ਸੀ ਸਾਡੀ, ਝੱਜਾ ਬਣਿਆ ਤੇ ਲੱਲਾ ਬਣਿਆ। ਹਾਂਜੀ ਵਾਹਿਗੁਰੂ, ਕਿਸੇ ਨੂੰ ਵੀ ਕੋਈ ਵੀ ਹੋਰ ਅੱਖਰ ਦੇ ਵਿੱਚ, ਕਿਉਂਕਿ ਸਾਡੀ 35 ਹੋ ਗਈ ਹੈ, ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ। ਐੜਾ। ਐੜਾ, ਠੀਕ ਹੈ ਜੀ। ਸਵਾਲ ਆਇਆ ਹੈ ਐੜਾ। ਐੜਾ ਬਣਾਉਣ ਵਾਸਤੇ
इसकी एक वीडियो भी पाई हुई है चैनल ते, क्योंकि एड़े च काफी बच्चों को प्रॉब्लम आ रही सी। एड़े वास्ते पहला ਅਸੀਂ ਉੱਪਰੋਂ ਲਾਈਨ ਖਿੱਚੀ, ਥੱਲੇ ਤੱਕ ਲੈ ਕੇ ਗਏ ਤੇ ਪਹਿਲਾਂ ਛੋਟੀ ਮੋਰੀ ਬਣਾ ਕੇ ਇਹਨੂੰ ਉੱਪਰ ਤੱਕ ਲੈ ਗਏ। ਉਸ ਤੋਂ ਬਾਅਦ ਇਹਨੂੰ ਥੱਲੇ ਲੈ ਕੇ ਆਏ, ਫਿਰ ਇਹਨੂੰ ਵੱਡੀ ਲੂਪ ਦਿੱਤੀ ਤੇ ਉੱਪਰ ਤੱਕ ਲੈ ਗਏ। ਫਿਰ ਇਹਨੂੰ ਟੱਚ ਨਹੀਂ ਕਰਨਾ, ਸਿੰਪਲੀ ਜਿੱਦਾਂ ਅਸੀਂ ਪੱਪੇ ਦੇ ਪਿੱਛੇ ਲਾਈਨ ਬਣਾਈ ਸੀ ਉਹਦਾ ਦੇ ਪਿੱਛੇ ਬਣਾ ਦੇਣੀ ਹੈ ਤੇ ਸਾਡਾ ਐੜਾ ਬਣ ਜਾਏਗਾ। आई होप ਤੁਹਾਨੂੰ ਸਮਝ ਆ ਗਿਆ ਹੋਵੇਗਾ। ਜੇ ਹੋਰ ਵਾਵਾ ਬਾਰੇ ਦੱਸੋ ਜੀ। ਹਾਂਜੀ, ਵਾਵਾ ਵਾਵਾ ਬਣਾਉਣ ਵਾਸਤੇ ਅਸੀਂ ਇਹ ਪਹਿਲੀ ਮੁਹਾਰ ਸਿੱਖੀ ਸੀ। ਪਹਿਲੀ ਮੁਹਾਰ ਉੱਪਰੋਂ ਸੇਮ ਬਣਾ ਕੇ ਉਸ ਤੋਂ ਬਾਅਦ ਇਸਨੂੰ 2 ਵਾਰੀ ਮੋੜਾ ਦੇਣਾ ਹੈ ਜੀ। ਵਾਵਾ ਵਾਵੇ ਵਾਸਤੇ ਪਹਿਲਾਂ ਅਸੀਂ ਆਪਣੀ ਮੁਹਾਰ ਸਿੱਖੀ। ਇਸ ਵਿੱਚ ਪਹਿਲਾਂ ਇਹਨੂੰ ਏਦਾਂ ਘੁਮਾ ਦਿਓ ਜਿਵੇਂ ਛੱਛੇ 'ਚ ਘੁਮਾਇਆ ਸੀ, ਫਿਰ ਇਸਨੂੰ 2 ਵਾਰ ਥੱਲੋਂ ਦੀ ਘੁਮਾ ਦਿਓ। ਇਸ ਦੀਆਂ ਤਿੰਨੋਂ ਸਾਈਡਸ ਆਪਸ ਦੇ ਵਿੱਚ ਬਰਾਬਰ ਹੋਣੀਆਂ ਚਾਹੀਦੀਆਂ। ਜਿੰਨਾ ਇਹਦੇ 'ਚ ਫਰਕ ਹੈ ਉਹ ਆਪਸ 'ਚ ਬਰਾਬਰ ਹੋਣਾ ਚਾਹੀਦਾ ਹੈ। ਤੇ ਅੱਖਰ ਨੂੰ ਚੈੱਕ ਕਰਨ ਦੇ ਵਾਸਤੇ ਆਪ ਜੀ ਹਰ ਅੱਖਰ ਵਿੱਚ ਇਹ ਕਰ ਸਕਦੇ ਹੋ, ਅੱਖਰ ਇਸ ਦੇ ਵਿੱਚ ਆਂਦਾ ਹੋਏ। ਇੱਥੋਂ ਬਾਹਰ ਨਹੀਂ ਜਾਣਾ ਚਾਹੀਦਾ। ਏਦਾਂ ਨਹੀਂ ਕਿ ਬਾਹਰ ਜਾ ਰਿਹਾ ਵਾਵਾ ਜਾਂ ਇੱਥੋਂ ਕਾਫੀ ਪਿੱਛੇ ਆ ਰਿਹਾ, ਇਸ ਤਰ੍ਹਾਂ ਨਹੀਂ। ਅਸੀਂ ਇਸ ਲਾਈਨ ਦੇ ਵਿੱਚ ਹੀ ਆਪਣਾ ਅੱਖਰ ਰੱਖਣਾ ਹੈ ਤਾਂ ਕਿ ਅਸੀਂ ਅਗਲਾ ਅੱਖਰ ਵੀ ਇੱਥੇ ਹੀ ਲਿਖ ਸਕੀਏ ਇਸੀ ਸੀਰੀਜ਼ ਦੇ ਵਿੱਚ। ਚੱਜੇ ਦੇ ਵਿੱਚ ਲਾਸਟ ਵਾਲੀ ਲਾਈਨ ਜ਼ਿਆਦਾ ਨਿਕਲ ਸਕਦੀ ਹੈ। ਚੱਜੇ ਦੇ ਵਿੱਚ ਹਾਂਜੀ, ਕਿਸੇ ਨੇ ਸਵਾਲ ਪੁੱਛਿਆ ਕਿ ਥੱਲੇ ਵਾਲੀ ਲਾਈਨ ਕਿੰਨੀ ਕੁ ਵੱਡੀ ਕਰਨੀ ਹੈ। ਇਹ ਉਨੀ ਕੀ ਕਰਨੀ ਹੈ ਜਿੰਨੀ ਅਸੀਂ ਕੱਕੇ ਵਿੱਚ ਕੀਤੀ ਸੀ। ਅਸੀਂ ਦੇਖਿਆ ਸੀਗਾ ਕਿ ਇਹਨੂੰ ਅਗਰ ਅਸੀਂ ਇਸ ਪਾਸੇ ਲੈ ਜਾਵਾਂਗੇ ਤਾਂ ਇਹ ਭੱਬਾ ਲੱਗੇਗਾ ਤਾਂ ਕੋਈ ਅੱਖਰ ਵੀ ਨਹੀਂ ਬਣੇਗਾ। ਤੇ ਜਦੋਂ ਅਸੀਂ ਲੜੀਵਾਰ ਸਰੂਪ 'ਚ ਬਾਣੀ ਲਿਖਾਂਗੇ ਤਾਂ ਪਾਠੀ ਸਿੰਘ ਨੂੰ ਪੜ੍ਹਨ 'ਚ ਮੁਸ਼ਕਿਲ ਹੋਏਗੀ। ਇਸ ਕਰਕੇ ਅਸੀਂ ਇਸਨੂੰ ਥੱਲੇ ਨਹੀਂ ਲੈ ਕੇ ਜਾ ਸਕਦੇ। ਇਸਨੂੰ ਅੱਗੇ ਤੱਕ ਲੈ ਕੇ ਜਾ ਸਕਦੇ ਹਾਂ, ਬਟ ਇਸਨੂੰ ਜ਼ਿਆਦਾ ਅੱਗੇ ਤੱਕ ਨਹੀਂ ਲੈ ਕੇ ਜਾ ਸਕਦੇ। ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਕਿਉਂਕਿ ਅੱਗੇ ਹੋਰ ਅੱਖਰ ਪਾਏ ਹੋਣਗੇ। ਅਸੀਂ ਇਹਨੂੰ ਕੁਝ ਲਿਮਿਟਿਡ ਹੀ ਅੱਗੇ ਲੈ ਕੇ ਜਾ ਸਕਦੇ ਹਾਂ ਤਾਂ ਕਿ ਸਾਡਾ ਅਗਲੇ ਅੱਖਰ ਤੇ ਪਿਛਲੇ ਅੱਖਰ ਦੇ ਵਿੱਚ ਸਪੇਸ ਪ੍ਰੋਪਰ ਹੋਵੇ। ਜਿਵੇਂ ਮੈਂ ਇੱਥੇ ਲਿਖਿਆ ਕਰਤਾ ਪੁਰਖ, ਜਿਵੇਂ ਮੈਂ ਲਿਖਿਆ ਕਰਤਾ, ਤਾਂ ਮੈਂ ਆਪਣੀ ਲਾਈਨ ਇਸ ਤਰ੍ਹਾਂ ਜ਼ਿਆਦਾ ਉੱਪਰ ਨਹੀਂ ਲੈ ਕੇ ਜਾ ਸਕਦੀ ਜਾਂ ਇਧਰੋਂ ਹੀ ਉੱਪਰ ਨਹੀਂ ਲੈ ਕੇ ਜਾ ਸਕਦੀ। ਕਿਉਂ? ਕਿਉਂਕਿ ਨਹੀਂ ਤਾਂ ਦੂਸਰੇ ਅੱਖਰ ਵਿੱਚ ਮਿਕਸ ਹੋ ਜਾਏਗੀ। ਜਿੰਨੀ ਇੱਥੇ ਸਪੇਸ ਹੈ ਉਨੀ ਇੱਥੇ ਸਪੇਸ ਰੱਖਣ ਵਾਸਤੇ ਮੈਂਡੇਟਰੀ ਹੈ ਕਿ ਮੈਂ ਆਪਣੀ ਜਿਹੜੀ ਕੱਕੇ ਦੀ ਲਾਈਨ ਹੈ ਉਹ ਇੱਥੇ ਹੀ ਰੋਕ ਦੇਵਾਂ, ਇਸ ਤੋਂ ਅੱਗੇ ਨਾ ਲੈ ਕੇ ਜਾਵਾਂ। ਇਹ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕੱਕੇ ਦੀ ਜਿਹੜੀ ਲਾਈਨ ਹੈ ਉਹਨੂੰ ਕਿੰਨਾ ਅੱਗੇ ਤੱਕ ਲੈ ਕੇ ਜਾ ਸਕਦੇ ਹੋ। मतलब ज्यादा अगे तक लेके जाओगे तो अगले अखरां च वड़ेगी, अगर थल्ले लेके जाओगे तो भब्बा लगेगा। ते फिर ਜਦੋਂ ਅਸੀਂ ਲੜੀਵਾਰ ਬਾਣੀ ਲਿਖਦੇ ਹਾਂ, ਲੜੀਵਾਰ ਦਾ ਮਤਲਬ ਹੁੰਦਾ ਹੈ ਸਾਰੇ ਅੱਖਰ ਜੁੜੇ ਹੁੰਦੇ ਹਨ। ਜਿਵੇਂ ਆ ਬਾਣੀ ਲਿਖੀ ਹੈ, ਇਹ ਪਦਛੇਦ ਸਰੂਪ ਹੈ, ਮਤਲਬ ਹਰ ਅੱਖਰ ਤੋਂ ਬਾਅਦ ਜਿਵੇਂ ਕਾਇਆ ਕਾਗਜ਼ ਤਾਂ ਵਿੱਚ ਸਪੇਸ ਹੈ, ਇਹ ਹੁੰਦਾ ਪਦਛੇਦ। ਜਦੋਂ ਅਸੀਂ ਇਹਨਾਂ ਨੂੰ ਜੋੜ ਦਈਏ, ਇਹਨਾਂ ਵਿੱਚ ਕੋਈ ਸਪੇਸ ਨਾ ਹੋਵੇ, ਕਾਇਆ ਕਾਗਜ਼ ਦੇ ਵਿੱਚ ਕੋਈ ਸਪੇਸ ਨਾ ਹੋਵੇ, ਇੱਥੇ ਵੀ ਕੋਈ ਸਪੇਸ ਨਾ ਹੋਵੇ, ਇੱਕ ਵਰਡ ਖਤਮ ਕਰਨ ਤੋਂ ਬਾਅਦ ਅੱਗੇ ਕੋਈ ਸਪੇਸ ਨਾ ਹੋਵੇ, ਜਿਵੇਂ ਇੱਥੇ ਸਪੇਸ ਹੈ, ਤਾਂ ਅਸੀਂ ਉਹਨੂੰ ਕਵਾਂਗੇ ਲੜੀਦਾਰ। ਲੜੀਦਾਰ ਮਤਲਬ ਇਕੱਠੇ। ਤਾਂ ਜਦੋਂ ਅਸੀਂ ਲੜੀਦਾਰ ਬਾਣੀ ਲਿਖਾਂਗੇ ਤਾਂ ਪਾਠੀ ਸਿੰਘ ਨੂੰ ਪੜ੍ਹਨ 'ਚ ਮੁਸ਼ਕਿਲ ਹੋ ਸਕਦੀ ਹੈ ਅਗਰ ਅਸੀਂ ਥੱਲੋਂ ਭੱਬਾ ਬਣਾਤਾ। ਇਸੇ ਕਰਕੇ ਕੱਕੇ ਨੂੰ ਅਸੀਂ ਇੱਥੇ ਤੱਕ ਰਿਸਟ੍ਰਿਕਟ ਕਰ ਲੈਣਾ, ਇਸ ਤੋਂ ਅੱਗੇ ਨਹੀਂ ਲੈ ਕੇ ਜਾਣਾ। ਸੱਸਾ ਦੱਸੋ ਜੀ। ਸੱਸਾ, ਹਾਂਜੀ, ਕਿਸੇ ਪੁੱਛਿਆ ਕਿਸੇ ਨੇ ਸੱਸਾ। ਸੱਸੇ ਵਾਸਤੇ ਅਸੀਂ ਜਿਵੇਂ ਮੰਮਾ ਬਣਾਇਆ ਸੀ ਉਸ ਤਰ੍ਹਾਂ ਹੀ ਬਣਾਵਾਂਗੇ, ਬਸ ਵਿੱਚ ਲਾਈਨ ਆ ਜਾਏਗੀ। ਰਾਰੇ ਤੇ ਗੱਗੇ ਵਿੱਚ ਫਰਕ ਹੈ, ਸੱਸੇ ਤੇ ਮੰਮੇ ਵਿੱਚ ਫਰਕ ਨਹੀਂ ਹੈ, ਬਸ ਉੱਪਰੋਂ ਲਾਈਨ ਹਟ ਜਾਂਦੀ ਹੈ ਮੰਮਾ ਬਣਾਉਣ ਵੇਲੇ ਤੇ ਸੱਸੇ ਵਿੱਚ ਉੱਪਰ ਲਾਈਨ ਲੱਗਦੀ ਹੈ। ਰਿਪੀਟ ਕਰ ਦਿਓ ਜੀ। ਹਾਂਜੀ, ਸੱਸੇ ਦੇ ਵਿੱਚ ਅਸੀਂ ਪਹਿਲੀ ਸਾਡੀ ਸਟ੍ਰੋਕ ਹੈ ਕਿ ਥੱਲੇ ਲੈ ਕੇ ਜਾਣਾ, ਉਸ ਤੋਂ ਬਾਅਦ ਇਹਨੂੰ ਇੱਥੋਂ ਘੁਮਾ ਦੇਣਾ, ਫਿਰ ਇਹਨੂੰ ਅੱਗੋਂ ਸਟ੍ਰੇਟ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਜਿਵੇਂ ਸਾਡੀ ਹਰ ਅੱਖਰ ਪਿੱਛੇ, ਜਿਵੇਂ ਐੜੇ ਦੇ ਪਿੱਛੇ ਬਣੀ ਸੀ ਏਦਾਂ ਘੁੰਮੀ ਹੋਈ ਡੰਡੀ, ਓਦਾਂ ਹੀ ਸੱਸੇ ਦੇ ਪਿੱਛੇ ਬਣਾ ਲੈਣੀ ਹੈ। ਇਹ ਸਾਡਾ 4th ਸਟੈਪ ਹੈ। ਹਾਂਜੀ, ਹੋਰ ਕੋਈ ਅੱਖਰ ਜੇ ਕਿਸੇ ਨੂੰ ਨਾ ਸਮਝ ਆ ਰਿਹਾ ਹੋਵੇ ਤਾਂ ਪੁੱਛ ਸਕਦੇ ਹੋ। ਲੜੀਵਾਰ ਸਰੂਪ ਹੁੰਦਾ ਹੈ ਲੜੀਦਾਰ। ਵਾਹਿਗੁਰੂ ਅਸਲ ਨਾਮ ਇਹਦਾ ਲੜੀਦਾਰ ਹੈ, ਲੜੀਦਾਰ ਵਿੱਚ ਬਾਣੀ ਲਿਖਣਾ। ਹੁਣ ਅਸੀਂ ਜਿਵੇਂ ਪਦ ਛੇਦ ਹੁੰਦਾ ਹੈ, ਜਦੋਂ ਅਸੀਂ ਬਾਣੀ ਅਲੱਗ-ਅਲੱਗ ਲਿਖਦੇ ਹਾਂ ਅਲੱਗ-ਅਲੱਗ ਕਰਕੇ, ਪਰ ਅੱਜ ਕੱਲ ਜਦੋਂ ਅਸੀਂ ਬਹੁਤ ਫਾਸਟ ਬੋਲਦੇ ਹਾਂ ਤਾਂ ਅਸੀਂ ਪਦ ਛੇਦ ਸਰੂਪ ਬੋਲ ਦਿੰਦੇ ਹਾਂ।
ਤਾਂ ਉਹ ਅਸਲ 'ਚ ਨਹੀਂ ਹੈ ਅੱਖਰ। ਇਸ ਤਰ੍ਹਾਂ ਹੀ ਲੜੀਵਾਰ ਨਹੀਂ ਹੈ, ਲੜੀਦਾਰ ਹੈ ਅਸਲ 'ਚ ਨਾਮ। ਸੱਸੇ ਵਿੱਚ ਮੋਰੀ ਬਣਾਉਣੀ ਹੈ। ਹਾਂਜੀ, ਸੱਸੇ ਵਿੱਚ ਹੁਣ ਮੋਰੀ ਬਣਦੀ ਹੈ। ਜਦੋਂ ਸਭ ਤੋਂ ਪਹਿਲੀ ਵਾਰੀ ਛਾਪਾਖਾਨਾ ਸ਼ੁਰੂ ਹੋਇਆ ਸੀ, ਸਭ ਤੋਂ ਪਹਿਲੀ ਵਾਰੀ ਪ੍ਰਿੰਟਿੰਗ ਪ੍ਰੈਸ ਸ਼ੁਰੂ ਹੋਈ ਸੀ, ਆਪ ਜੀ ਉਹਨਾਂ ਦੀ ਲਿਖਤਾਂ ਦੇਖਣਾ, ਉਹ ਲਿਖਤਾਂ ਦੇ ਵਿੱਚ ਜਿਹੜਾ ਸੱਸਾ ਬਣਾਇਆ ਹੋਇਆ ਉਸ ਵਿੱਚ ਮੋਰੀ ਨਹੀਂ ਹੈ। ਉਹ ਸੱਸਾ ਬਣਿਆ ਹੋਇਆ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਉਹ ਸੱਸਾ ਬਣਿਆ ਹੋਇਆ ਇਸ ਤਰੀਕੇ ਦੇ ਨਾਲ, ਉਸ ਵਿੱਚ ਇੰਨੀ ਮੋਰੀ ਨਹੀਂ ਹੈ। ਇਸ ਤਰ੍ਹਾਂ ਸੱਸਾ ਬਣਦਾ ਸੀ ਪਹਿਲਾਂ, ਜਦੋਂ ਪਹਿਲਾਂ ਪ੍ਰਿੰਟਿੰਗ ਪ੍ਰੈਸ ਚੱਲਦੀ ਸੀ। ਪਰ ਅੱਜ ਅੱਖਰ ਡਿਵੈਲਪ ਹੋ ਗਿਆ। ਜਿਸ ਤਰ੍ਹਾਂ ਐੜਾ, ਇਹ ਵਾਲਾ ਪੰਜਾਬੀ ਦਾ ਐੜਾ ਵੀ ਹਿੰਦੀ ਦੇ ਐੜੇ ਤੋਂ ਬਣਿਆ, ਤਾਂ ਉਦੋਂ ਵੀ ਇਹ ਐੜਾ ਦੀ ਜਿਹੜੀ ਲਾਈਨ ਸੀ ਉਹ ਇਸ ਤਰ੍ਹਾਂ ਬਣਦੀ ਸੀ, ਇਹ ਉੱਪਰ ਨਹੀਂ ਸੀ ਜੁੜਦਾ ਹੁੰਦਾ। ਪਰ ਹੁਣ ਅੱਖਰ ਡਿਵੈਲਪ ਹੋ ਚੁੱਕਾ ਹੈ ਤੇ ਸਾਨੂੰ ਡਿਵੈਲਪਡ ਅੱਖਰ ਪੜ੍ਹਨੇ ਆ ਤਾਂ ਕਿ ਸਾਨੂੰ ਬਾਅਦ ਚੋਂ ਬਾਣੀ ਪੜ੍ਹਨ 'ਚ ਮੁਸ਼ਕਿਲ ਨਾ ਹੋਵੇ। ਤੁਸੀਂ ਦੇਖੋਗੇ ਕਿ ਜਿਹੜੇ ਪੁਰਾਤਨ ਸਰੂਪ ਹੈ, ਹੁਣ ਤੁਹਾਨੂੰ ਉਹਨਾਂ ਨੂੰ ਪੜ੍ਹਨ ਦੇ ਵਿੱਚ ਥੋੜੀ ਕਿਤੇ ਨਾ ਕਿਤੇ ਦਿੱਕਤ ਆਏਗੀ, ਜਦ ਤੱਕ ਕਿ ਤੁਸੀਂ ਉਹਨਾਂ ਨੂੰ ਅਭਿਆਸ ਨਹੀਂ ਕੀਤਾ ਹੋਇਆ ਉਹਨਾਂ ਨੂੰ ਪੜ੍ਹਨ ਦਾ। ਇਸ ਕਰਕੇ ਅਸੀਂ ਜਿਹੜੇ ਹੁਣ ਅੱਖਰ ਯੂਜ਼ ਕਰਦੇ ਹਾਂ ਅੱਖਰਕਾਰੀ ਦੇ ਵਿੱਚ, ਉਹ ਡਿਵੈਲਪਡ ਅੱਖਰ ਨੇ। ਚੱਚਾ, ਚੱਚਾ, ਹਾਂਜੀ, ਚੱਚਾ ਵੀ ਇਸੀ ਮੁਹਾਰ ਤੋਂ ਬਣੇਗਾ। ਪਹਿਲਾਂ ਅਸੀਂ ਇਹੀ ਮੁਹਾਰ ਬਣਾਵਾਂਗੇ, ਉਸ ਤੋਂ ਬਾਅਦ ਵਿੱਚ ਮੋਰੀ ਆਣੀ ਚਾਹੀਦੀ ਹੈ, ਉਸ ਤੋਂ ਬਾਅਦ ਥੱਲੋਂ ਘੁਮਾ ਦਾਂਗੇ। ਚੱਚਾ ਬਣਾਉਣ ਦੇ ਵਾਸਤੇ ਪਹਿਲਾਂ ਅਸੀਂ ਆਪਣੀ ਮੁਹਾਰ ਬਣਾਵਾਂਗੇ, ਇੱਥੋਂ ਘੁਮਾ ਕੇ ਇਸਨੂੰ ਥੱਲੇ ਤੱਕ ਲੈ ਕੇ ਜਾਵਾਂਗੇ, ਉਸ ਤੋਂ ਬਾਅਦ ਇਸਨੂੰ ਇਸ ਤਰ੍ਹਾਂ ਸਾਡਾ ਚੱਚਾ ਬਣ ਜਾਏਗਾ। ਆਪ ਜੀ ਇੱਥੋਂ ਵੀ ਉੱਪਰ ਲੈ ਕੇ ਜਾ ਸਕਦੇ ਹੋ। ਦੱਦਾ ਦੱਸ ਦਿਓ ਜੀ। ਦੱਦਾ, ਦੱਦਾ ਵੀ ਇੱਥੋਂ ਹੀ ਬਣੇਗਾ, ਇਸੀ ਮੁਹਾਰ ਤੋਂ। ਆਪ ਜੀ ਨੂੰ ਅਗਰ ਪਹਿਲੀ ਮੁਹਾਰ ਦੇ ਵਿੱਚ ਦਿੱਕਤ ਹੈ ਜ਼ਿਆਦਾ, ਤਾਂ ਇਸ ਦੀ ਵੀਡੀਓ ਤੁਹਾਨੂੰ ਚੈਨਲ ਤੇ ਮਿਲ ਜਾਏਗੀ, ਜਿਹੜਾ ਤੁਹਾਡੇ ਗਰੁੱਪ ਵਿੱਚ ਸ਼ੇਅਰ ਕੀਤਾ ਹੈ। ਵੈਸੇ ਹੁਣ ਤੁਹਾਨੂੰ ਦੱਸ ਦਿੰਦੀ ਹਾਂ ਕਿ ਪਹਿਲਾਂ ਇਹ ਮੁਹਾਰ ਪਹਿਲੀ ਅਸੀਂ ਬਣਾ ਲਈ, ਫਿਰ ਉੱਤੋਂ ਘੁਮਾ ਲਿਆ, ਥੱਲੇ ਤੱਕ ਲੈ ਕੇ ਆਏ ਤੇ ਫਿਰ ਤੋਂ ਛੱਡ ਦਿੱਤਾ। ਅਗਰ ਇਹਨੂੰ ਅਸੀਂ ਉੱਪਰ ਜੋੜ ਲਿਆ ਤਾਂ ਚੱਚਾ ਬਣ ਜਾਏਗਾ, ਅਗਰ ਉੱਪਰ ਨਹੀਂ ਜੋੜਾਂਗੇ ਤਾਂ ਦੱਦਾ ਬਣ ਜਾਏਗਾ। ਬੱਬਾ, ਬੱਬਾ, ਬੱਬਾ ਅਸੀਂ ਹੁਣੇ ਸਿੱਖਿਆ, ਇਸ ਦੀ ਜਿਹੜੀ ਅਸੀਂ ਮੁਹਾਰ ਹੈ ਉਹ ਮੁਹਾਰ ਬਣਾ ਕੇ ਥੱਲੇ ਲੈ ਕੇ ਆਓ, ਤਿੱਖਾ ਕਰੋ, ਇੱਧਰ ਨੂੰ ਲੈ ਕੇ ਜਾਓ, ਫਿਰ ਲਾਸਟ ਘੁੰਮੀ ਹੋਈ ਡੰਡੀ ਬਣਾ ਲਓ ਤਾਂ ਬੱਬਾ ਬਣ ਜਾਏਗਾ। ਹਾਂਜੀ, ਹੋਰ ਜੇ ਕਿਸੇ ਨੂੰ ਕਿਸੇ ਅੱਖਰ 'ਚ ਮੁਸ਼ਕਿਲ ਆ ਰਹੀ ਹੋਵੇ, ਜੇ ਆਪ ਜੀ ਨੂੰ ਸਾਰੇ ਅੱਖਰ ਆ ਗਏ ਹਨ ਤਾਂ ਆਪਾਂ ਹੁਣੇ 35 ਕਰਨੀ ਹੈ, ਤੇ ਜੇ ਕਿਸੇ ਨੂੰ ਕੋਈ ਸਵਾਲ ਹੈ ਤਾਂ ਹੁਣੇ ਪੁੱਛ ਲਓ। ਜੱਜਾ, ਜੱਜਾ, ਜੱਜਾ ਵੀ ਅਸੀਂ ਪਹਿਲੀ ਮੁਹਾਰ ਦੇ ਵਿੱਚ ਬਣਿਆ ਸੀ। ਅਗਰ ਅਸੀਂ ਜਿਵੇਂ ਦੱਦਾ ਬਣਾਇਆ ਹੈ, ਤਾਂ ਅਸੀਂ ਇਸ ਤਰ੍ਹਾਂ ਹੀ ਇਹਨੂੰ ਸਿੱਧਾ ਥੱਲੇ ਤੱਕ ਲੈ ਜਾਈਏ ਤੇ ਪਿੱਛੋਂ ਛੋਟਾ ਥੱਲੇ ਤੱਕ ਲੈ ਜਾਈਏ ਤਾਂ ਇਹ ਬਣ ਜਾਏਗਾ ਜੱਜਾ। ਪਹਿਲਾਂ ਕੁਝ ਲਿਮਿਟ ਤੱਕ ਇਹਨੂੰ ਸਟ੍ਰੇਟ ਲੈ ਕੇ ਆਣਾ ਤੇ ਫਿਰ ਥੱਲੋਂ ਇਹਨੂੰ ਫ੍ਰੀ ਹੈਂਡ ਛੱਡ ਦੇਣਾ। ਬੱਬਾ ਦੱਸ। ਵਾਹਿਗੁਰੂ, ਬੱਬਾ ਬਣਾ, ਕਿਸੇ ਨੇ ਸੰਗਤ ਚੋਂ ਫਿਰ ਪੁੱਛਿਆ ਬੱਬਾ, ਬੱਬਾ ਬਣਾਉਣ ਵਾਸਤੇ ਅਸੀਂ ਹੁਣੇ ਮੁਹਾਰ ਸਿੱਖੀ ਸੀ, ਕੱਲ ਜਿਹੜੀ ਸੀ ਮੁਹਾਰ ਸਿੱਖੀ ਸੀ ਰਾਣਾ ਤੇ ਬੱਬਾ। ਇਸ ਦੇ ਵਿੱਚ ਆਹ ਵਾਲੀ ਮੁਹਾਰ ਯੂਜ਼ ਹੁੰਦੀ ਹੈ। ਪਹਿਲਾਂ ਅਸੀਂ ਇਹ ਮੁਹਾਰ ਇੱਥੇ ਬਣਾ ਲੈਣੀ ਹੈ, ਉਸ ਤੋਂ ਬਾਅਦ ਇਹਨੂੰ ਥੱਲੇ ਲੈ ਕੇ ਜਾਓ, ਥੋੜਾ ਜਿਹਾ ਤਿੱਖਾ ਇੱਥੋਂ ਕਰੋ, ਏਦਾਂ ਲੈ ਜਾ ਕੇ ਫਿਰ ਥੱਲੇ ਨੂੰ ਲੈ ਕੇ ਆਉਣਾ, ਲੈ ਕੇ ਆਏ, ਫਿਰ ਉਹਨੂੰ ਉੱਪਰ ਜੋੜ ਲਿਆ, ਫਿਰ ਡੰਡੀ ਘੁਮਾਤੀ ਤਾਂ ਇਹ ਬਣ ਗਿਆ ਬੱਬਾ। ਕਾਨੀ ਦੀ ਸਿਆਹੀ ਬਾਰੇ ਜਾਣਕਾਰੀ ਦਿਓ। ਹਾਂਜੀ ਵਾਹਿਗੁਰੂ, ਸਿਆਹੀਆਂ ਤੇ ਅਸੀਂ ਕਿਸੇ ਨੇ ਸੰਗਤ ਚੋਂ ਸਿਆਹੀ ਬਾਰੇ ਪੁੱਛਿਆ, ਸਿਆਹੀ ਤੇ ਅਸੀਂ ਆਵਾਂਗੇ, ਪਰ ਕਿਉਂਕਿ ਸਾਡੇ ਨਾਲ ਇਸ ਵੇਲੇ ਬੱਚੇ ਵੀ ਜੁੜੇ ਹਨ ਤੇ ਵੱਡੇ ਵੀ ਹਨ, ਇਸ ਕਰਕੇ ਅਸੀਂ ਪਹਿਲਾਂ ਆਪਣੀ ਅੱਖਰਾਂ ਤੇ ਕਮਾਂਡ ਲੈ ਕੇ ਆਵਾਂਗੇ। ਅਸੀਂ ਅੱਖਰਾਂ ਵਿੱਚ ਪੂਰੇ ਅੱਛੇ ਹੋ ਜਾਵਾਂਗੇ, ਸਾਨੂੰ ਅੱਖਰ ਚੰਗੀ ਤਰ੍ਹਾਂ ਆ ਜਾਣਗੇ, ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਜਦੋਂ ਅਸੀਂ ਕਲਮ ਨਾਲ ਲਿਖਾਂਗੇ ਤਾਂ ਕਿੰਨੀ ਕੁ ਇੰਕ ਚੱਕਣੀ ਹੈ, ਕਿੰਨੀ ਕੁ ਸਿਆਹੀ ਚੱਕਣੀ ਹੈ, ਸਾਨੂੰ ਉਹਦੀ ਡੈਂਸਿਟੀ ਪਤਾ ਲੱਗੇਗੀ, ਤਾਂ ਹੀ ਅਸੀਂ ਸਿਆਹੀ ਬਣਾਉਣ ਦੇ ਕਾਬਿਲ ਹੋਵਾਂਗੇ। ਜੇ ਕਿਸੇ ਨੇ ਇੰਨਾ ਕਰ ਲਿਆ ਹੈ, ਅੱਖਰ ਸਿੱਖ ਲਏ, ਕਲਮਾਂ ਬਣਾਉਣੀਆਂ ਸਿੱਖ ਲਈਆਂ, ਤਾਂ ਮੈਨੂੰ ਪਰਸਨਲੀ ਮੈਸੇਜ ਕਰੋ ਤੇ ਉਸ ਤੋਂ ਬਾਅਦ ਆਪ ਜੀ ਨੂੰ ਸਿਆਹੀ ਦੀ ਵਿਧੀ ਦੱਸ ਦਿੱਤੀ ਜਾਏਗੀ। ਵੈਸੇ ਅਗਰ ਤੁਸੀਂ ਆਪ ਐਕਸਪਲੋਰ ਕਰਨਾ ਹੈ ਤਾਂ ਸਿਆਹੀ ਕੀ ਵਿਧ ਜਿਹੜੀ ਮਾਏ ਦੇ ਸਰੂਪ ਦੇ ਪਿੱਛੇ ਲਿਖੀ ਹੁੰਦੀ ਹੈ, ਆਪ ਜੀ ਉੱਥੋਂ ਦੇਖ ਕੇ ਵੀ ਸਿਆਹੀ ਬਣਾ ਸਕਦੇ ਹੋ। ਥੱਥਾ ਦੱਸ ਦਿਓ। ਥੱਥਾ ਬਣਾਉਣ ਵਾਸਤੇ ਕਿਸੇ ਨੇ ਸੰਗਤ ਚੋਂ ਪੁੱਛਿਆ, ਥੱਥਾ ਬਣਾਉਣ ਵਾਸਤੇ ਪਹਿਲਾਂ ਅਸੀਂ ਪੱਪੇ ਦੀ ਮੁਹਾਰ ਬਣਾਈ, ਪੱਪੇ ਦੀ ਮੁਹਾਰ ਬਣਾਉਣ ਤੋਂ ਬਾਅਦ ਅਸੀਂ ਸੈਂਟਰ 'ਚ ਲਾਈਨ ਲਗਾਈ ਤੇ ਪਿੱਛੇ ਡੰਡੀ ਲਗਾ ਕੇ ਉੱਪਰੋਂ ਘੁਮਾਤਾ। ਜਿਵੇਂ ਪਹਿਲਾਂ ਅਸੀਂ ਪੱਪੇ ਦੀ ਮੁਹਾਰ ਬਣਾਈ, ਫਿਰ ਅਸੀਂ
पिछों घुमी हुई डंडी बनाई, उपरों असी घुमी हुई लाइन बनाई ते सेंटर चो स्ट्रेट। साडा बन गया थत्था। ਰਾੜਾ ਦੱਸ ਦਿਓ। ਰਾੜਾ बनाने वास्ते असी ये वाली मुहार कीती सी। इस मुहार दे विच असी पहला तत्ता बना लिया, उस बाद इनू थल्ले वाल नू घुमा लिया, साडा राड़ा बन गया। ਜੱਜਾ जज्जा असी हुणे देखिया। अगर आप जी नू इसनू होर स्लोली सीखना है तो तुहानू इसदी वीडियोज अवेलेबल है, तुसी उत्थों जाके देख सकते हो। साडे कोल लिमिटेड टाइम है क्योंकि हर अखर दी वीडियो तुहानू चैनल ते मिल जाएगी जो तुहाडे ग्रुप विच शेयर कीता है। ते अगर तुहानू जज्जे च ज़्यादा प्रॉब्लम आ रही है तो तुसी वो वीडियो नू होर पॉज करके स्लो कर करके देख सकते हो, तुहानू होर क्लैरिटी मिल जाएगी। ਗੱਗੇ ਤੇ ਰਾਰੇ ਵਿੱਚ ਫਰਕ ਦੱਸ ਦਿਓ। ਹਾਂਜੀ, ਗੱਗੇ ਤੇ ਰਾਰੇ ਵਿੱਚ ਫਰਕ ਅਸੀਂ ਕੱਲ ਵੀ ਦੱਸਿਆ ਸੀ। ਰਾਰੇ ਦੀ ਜਿਹੜੀ ਮੋਹਰੀ ਹੁੰਦੀ ਆ ਉਹ ਵੱਡੀ ਹੁੰਦੀ ਹੈ। ਜਦੋਂ ਅਸੀਂ ਰਾਰਾ ਬਣਾਉਂਦੇ ਆ ਇਸ ਦੀ ਮੋਹਰੀ ਵੱਡੀ ਹੁੰਦੀ ਹੈ। ਜਦੋਂ ਗੱਗਾ ਬਣਾਉਂਦੇ ਆ ਤਾਂ ਇਸ ਦੀ ਮੋਹਰੀ ਛੋਟੀ ਹੁੰਦੀ ਹੈ। ਫਿਰ ਇਹਨੂੰ ਅੱਗੇ ਕਰੋ ਤੇ ਫਿਰ ਪਿੱਛੋਂ ਸਿੱਧੀ ਲਾਈਨ ਖਿੱਚ ਲਓ। ਇਹ ਸਾਡਾ ਗੱਗਾ ਹੈ, ਰਾਰਾ ਹੈ। ਇਸ ਦੇ ਵਿੱਚ ਇਸ ਦੀ ਮੋਹਰੀ ਵੱਡੀ ਹੁੰਦੀ ਹੈ, ਇਸ ਦੀ ਮੋਹਰੀ ਛੋਟੀ ਹੁੰਦੀ ਹੈ। ਚੈਨਲ ਸ਼ੇਅਰ ਕਰ ਦਿਓ। हाँ जी, ग्रुप विच आप जी नू चैनल दा लिंक भेज दिता सी, अज फिर दोबारा भेज दिता जाएगा। अगर आप जी नू होर कोई इन्फॉर्मेशन लैनी है या शाही बारे सीखना है या होर कुछ भी पूछना है तो ये नंबर है, आप जी इस नंबर पे कांटेक्ट कर सकते हो। ग्रुप विच भी शेयर्ड है वैसे नंबर। ठीक है, हुण असीं अपनी क्लास अगे लेके जाने हैं। ਅੱਖਰਾਂ ਦੀ ਕੁਝ ਬੇਸਿਕ ਨੌਲੇਜ ਜਿਹੜੀ ਹਜੇ ਤੱਕ ਸਾਨੂੰ ਸਿਰਫ ਅੱਖਰ ਆਏ ਹਨ। ਅੱਖਰਾਂ ਵਿੱਚ ਹੋਰ ਬਹੁਤ ਕੁਝ ਹੈ ਸਿੱਖਣ ਵਾਸਤੇ। ਤੁਸੀਂ ਦੇਖੋਗੇ ਤੁਹਾਨੂੰ ਲਿਖਤਾਂ ਮਿਲ ਜਾਣਗੀਆਂ ਜਿਸ ਦੇ ਵਿੱਚ ਕੋਈ ਅੱਖਰ ਜਿਵੇਂ ਨੰਨਾ ਹੈ, ਇਹ ਇਸ ਤਰ੍ਹਾਂ ਕਰਕੇ ਪਾਇਆ ਹੈ, ਤਾਂ ਜਿਵੇਂ ਇਹਨੂੰ ਸਿੱਧਾ ਲੈ ਜਾਓ ਤਾਂ ਇਹਨੂੰ ਬੋਲਾਂਗੇ ਅਸੀਂ ਤੀਰ ਮੁਖੀ। ਜਦੋਂ ਇਹਨੂੰ ਇਸ ਤਰ੍ਹਾਂ ਘੁਮਾ ਦਿਓ ਤਾਂ ਇਹਨੂੰ ਅਸੀਂ ਬੋਲਦੇ ਹਾਂ ਕੁੰਡੀ ਨੁਮਾ। ਇਹ ਕੁਝ ਟੈਕਨੀਕਲ ਟਰਮਸ ਨੇ, ਤੁਹਾਨੂੰ ਇਹਨਾਂ ਦੇ ਨਾਲ ਮਦਦ ਮਿਲੇਗੀ ਕਿ ਜਦੋਂ ਤੁਸੀਂ ਅੱਖਰ ਸਿੱਖਣੇ ਹੈ, ਤੁਸੀਂ ਮਾਏ ਦੇ ਪੁਰਾਤਨ ਸਰੂਪ ਦੇਖੋਗੇ, ਤੁਸੀਂ ਉਹਨਾਂ ਦੇ ਪੁਰਾਤਨ ਹੱਥ ਲਿਖਤ ਦੇਖੋਗੇ, ਤੁਹਾਨੂੰ ਇਹਨਾਂ ਅੱਖਰਾਂ ਤੋਂ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕਿਹੜਾ ਸਟਾਈਲ ਫੋਲੋ ਕੀਤਾ। ਇਸ ਤਰ੍ਹਾਂ ਕਰਕੇ ਹੋਰ ਵੀ ਬੜੇ ਤਰੀਕੇ ਦੇ ਫੌਂਟ ਯੂਜ਼ ਹੁੰਦੇ ਹਨ, ਜਿਵੇਂ ਕਿ ਇਸ ਤਰ੍ਹਾਂ ਅਸੀਂ ਅੱਖਰ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ, ਅਸੀਂ ਅੱਖਰ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ। ਇਹ ਅਲੱਗ-ਅਲੱਗ ਤਰੀਕੇ ਦੇ ਇਸ ਦੇ ਹੀ ਅੱਗੇ ਸੁਧਾਰੇ ਹੋਏ ਰੂਪ ਹਨ। ਅਗਰ ਇਹ ਸਾਡੀ ਹੋਗੀ ਕੈਲੀਗ੍ਰਾਫੀ, ਕੈਲੀਗ੍ਰਾਫੀ ਦੇ ਵਿੱਚ ਅਸੀਂ ਅੱਖਰਕਾਰੀ ਦੇ ਵਿੱਚ ਇਹ ਫੌਂਟ ਇਸ ਤਰ੍ਹਾਂ ਯੂਜ਼ ਕਰਦੇ ਹਾਂ। ਅਗਰ ਅਸੀਂ ਨਾਰਮਲ ਦੇਖੀਏ ਤਾਂ ਨਾਰਮਲ ਦੇ ਵਿੱਚ ਅਸੀਂ ਇਹ ਲੰਬੀ ਲਾਈਨ ਨਹੀਂ ਖਿੱਚਦੇ, ਨਾਰਮਲ ਦੇ ਵਿੱਚ ਅਸੀਂ ਇਹਨੂੰ ਬਿਲਕੁਲ ਸਟ੍ਰੇਟ ਕਰਕੇ ਇਸ ਤਰ੍ਹਾਂ ਲਗਾਉਂਦੇ ਹਾਂ। ਇਹ ਹੋ ਗਿਆ ਜਿਵੇਂ ਪ੍ਰਿੰਟਡ ਹੁੰਦਾ ਹੈ। ਪ੍ਰਿੰਟਡ ਅੱਖਰ ਸਾਨੂੰ ਇਸ ਤਰ੍ਹਾਂ ਦਿਖਦੇ ਹਨ ਪੁਰਾਤਨ ਸਰੂਪ ਦੇ ਵਿੱਚ, ਤੇ ਅਗਰ ਹੱਥ ਲਿਖਤ ਹੋਣ ਤਾਂ ਸਾਨੂੰ ਇਸ ਤਰ੍ਹਾਂ ਦੇ ਫੌਂਟਸ ਦੇਖਣ ਨੂੰ ਮਿਲਦੇ ਹਨ। ठीक है, वाहिगुरू जी हुण साडी 35 खत्म हो गई है। हुण असी 35 अखरी लिखांगे, बट अज साडे कोल समा थोड़ा घट है, इस करके अज असी ਜਿਹੜੀ ਸਿਆਰੀ ਬਿਆਰੀ ਔਂਕੜ ਤੋਂ ਲੈਕਰ ਜਦੋਂ ਕਿਉਂਕਿ ਤੁਸੀਂ ਮੂਲ ਮੰਤਰ ਲਿਖੋਗੇ ਤਾਂ ਆਪ ਜੀ ਨੂੰ ਹੋ ਸਕਦਾ ਹੈ ਕਿ ਉਸ ਵਿੱਚ ਸਿਆਰੀ ਬਿਆਰੀ ਬਣਾਉਣ ਵਿੱਚ ਮੁਸ਼ਕਿਲ ਹੋਵੇ, ਇਸ ਕਰਕੇ ਅਸੀਂ ਇੱਕ ਵਾਰੀ ਇਹ ਸਭ ਵੀ ਦੇਖ ਲਾਂਗੇ। हाँ जी, किसी ने पूछा है घग्गा। घग्गा असीं बनाउण वास्ते इस पप्पे दी मुहार नूं फॉलो कीता है। एक बारी दोबारा जिवें आ तुहाडी कॉपी है, घग्गा बनाउण वास्ते पहला पप्पे दी मुहार, फिर सेंटर चों थल्ले लेके आए ते इस तरह जिन्नी इत्थे स्पेस है उन्नी ही इत्थे स्पेस होनी चाहिदी है। उस तो बाद थल्ले लेके आओ ते इस तरह साडा बन जाएगा घग्गा।
ਜਿਹੜੇ ਅਸੀਂ ਮਾਤਰਾਵਾਂ ਸਿੱਖ ਰਹੇ ਹਾਂ ਇਸ ਵਿੱਚ ਪਹਿਲੀ ਹੈ ਸਿਹਾਰੀ। ਸਿਹਾਰੀ ਅਸੀਂ ਦੋ ਤਿੰਨ ਤਰੀਕੇ ਨਾਲ ਬਣਾਉਂਦੇ ਹਾਂ। ਜਿਨ੍ਹਾਂ ਕੋਲ ਇਸ ਤਰ੍ਹਾਂ ਕਰਕੇ ਸਿਹਾਰੀ ਨਹੀਂ ਬਣਦੀ ਉਹ ਸਿੰਪਲ ਤਰੀਕੇ ਨਾਲ ਸਿਹਾਰੀ ਬਣਾ ਸਕਦੇ ਹਨ। ਪਹਿਲਾਂ ਇਹਨੂੰ ਸਟ੍ਰੇਟ ਲੈ ਕੇ ਆਓ, ਫਿਰ ਫ੍ਰੀ ਹੈਂਡ ਛੱਡ ਦਿਓ, ਜਿਵੇਂ ਅਸੀਂ ਹੁਣ ਤੱਕ ਅੱਖਰਾਂ ਵਿੱਚ ਦੇਖਿਆ। ਉਸ ਤੋਂ ਬਾਅਦ ਇੱਥੋਂ ਚੱਕੋ ਤੇ ਇਸ ਤਰ੍ਹਾਂ ਸਿਹਾਰੀ ਸੋਹਣੀ ਬਣਦੀ ਹੈ। ਤੁਸੀਂ ਜਦੋਂ ਅੱਖਰ ਲਿਖੋਗੇ ਤੁਸੀਂ ਦੇਖੋਗੇ ਇਸ ਤਰ੍ਹਾਂ ਹੋਰ ਸੋਹਣੀ ਖੂਬਸੂਰਤ ਤਰੀਕੇ ਨਾਲ ਲਿਖੀ ਜਾਂਦੀ ਹੈ। ਇਹਨੂੰ ਅਸੀਂ ਹੋਰ ਡਿਜ਼ਾਈਨ ਕਰਕੇ ਇਸ ਤਰ੍ਹਾਂ ਵੀ ਬਣਾ ਲੈਂਦੇ ਹਾਂ। ਹੋਰ ਵੀ ਕਾਫੀ ਤਰੀਕੇ ਬਣਾਉਣ ਦੇ, ਪਰ ਜ਼ਿਆਦਾਤਰ ਇਹ ਸਟਾਈਲ ਯੂਜ਼ ਹੁੰਦਾ ਹੈ ਸਿਹਾਰੀ ਬਣਾਉਣ ਵਾਸਤੇ, ਬਾਣੀ ਲਿਖਣ ਵੇਲੇ। ਸੋ ਇਸ ਤਰ੍ਹਾਂ ਸਿਹਾਰੀ ਬਣੇਗੀ ਤੇ ਇਹਨੂੰ ਵੀ ਅਗਰ ਅਸੀਂ ਆਪੋਜ਼ਿਟ ਕਰ ਦਾਂਗੇ ਤਾਂ ਬਣੇਗੀ ਬਿਹਾਰੀ। तो पहला है स्ट्रेट लेके आओ ते फ्री हैंड छड़ दो, फिर ऊपर ले जाके इस तरह सिहारी। सेकंड है बिहारी। बिहारी बनाने वास्ते तुम देखो इसी पासे नू असी अपनी लाइन लेके आवांगे। कई सोचणगे कि इहनू इस तरह कर लो कि बिहारी है, नहीं, असी इक्को ही साइड दे विच लिखना है। जिवें कि तुसीं देखो आ तुक लिखी है काया कागद जे थी है प्यारे मन वसवाणी धार। ਤਾਂ ਇਸ ਦੇ ਵਿੱਚ ਅਗਰ ਅਸੀਂ ਸਿਹਾਰੀ ਬਣਾਈ ਹੈ ਤਾਂ ਉਹ ਵੀ ਇਸ ਪਾਸੇ ਨੂੰ ਹੈ, ਤੇ ਅਗਰ ਬਿਹਾਰੀ ਬਣਾਈ ਹੈ ਇੱਥੇ ਜਾਂ ਫਿਰ ਇੱਥੇ ਤਾਂ ਉਹ ਵੀ ਇਸ ਪਾਸੇ ਨੂੰ ਹੀ ਹੈ। ਇਹਨੂੰ ਆਪੋਜ਼ਿਟ ਪਾਸੇ ਨਹੀਂ ਲੈ ਕੇ ਜਾਣਾ। ਇਹ ਬਿਹਾਰੀ ਬਣਾਉਣ ਦਾ ਤਰੀਕਾ। ਹਾਂਜੀ, ਨੈਕਸਟ ਹੈ ਔਂਕੜ। ਔਂਕੜ ਜਿਵੇਂ ਅਸੀਂ ਨਾਵਲ ਬਣਾਉਂਦੇ ਆਏ ਉਸ ਤਰ੍ਹਾਂ ਹੀ ਹੈ। ਕਈ ਵਾਰ ਤੁਸੀਂ ਦੇਖੋਗੇ ਕਿ ਪੁਰਾਤਨ ਸਰੂਪ ਦੇ ਵਿੱਚ ਔਂਕੜ ਇਸ ਤਰ੍ਹਾਂ ਬਣਾਈ ਹੋਈ ਹੈ, ਪੰਜਾਬੀ ਚ ਵੀ, ਪਰ ਇਹ ਪੁਰਾਤਨ ਸਰੂਪ ਦੇ ਵਿੱਚ ਹੈ। ਪੁਰਾਤਨ ਮਤਲਬ ਜੋ ਪੁਰਾਣੇ ਸਮੇਂ ਵਿੱਚ ਲਿਖਿਆ ਜਾਂਦਾ ਸੀ, ਪਰ ਹੁਣ ਕਿਉਂਕਿ ਅੱਖਰ ਡਿਵੈਲਪ ਹੋ ਗਏ ਹਨ ਇਸ ਕਰਕੇ ਅਸੀਂ ਔਂਕੜ ਇਸ ਤਰੀਕੇ ਨਾਲ ਬਣਾਉਂਦੇ ਹਾਂ। ਹੁਣ ਤਾਂ ਤੁਸੀਂ ਦੇਖੋਗੇ ਜਾਂ ਥੋੜੇ ਟਾਈਮ ਬਾਅਦ ਜਿਹੜੇ ਗੁਰਸਿੱਖਾਂ ਨੇ ਮਾਰਜਾ ਸਰੂਪ ਲਿਖੇ ਉਸ ਦੇ ਵਿੱਚ ਇਹੀ ਫੌਂਟ ਯੂਜ਼ ਕੀਤਾ ਗਿਆ, ਸਿਹਾਰੀ ਸੌਰੀ ਔਂਕੜ ਤੇ ਦਲੈਂਕੜ। ਕਿਸੇ ਨੂੰ ਜੇ ਇਸ ਵਿੱਚ ਪ੍ਰੋਬਲਮ ਹੈ ਤਾਂ ਉਹ ਪੁੱਛ ਸਕਦੇ ਹਨ। सेकेंड नंबर किसी ने डाउट पूछा है कि बिहारी किस तरीके नाल बनानी है। बिहारी बनाने वास्ते असी स्ट्रेट लाइन खिंचांगे, फिर इहनूं फ्री हैंड छड्ड दांगे जिवें असी सिहारी विच बनाया, ते उस तो बाद इत्थों चक्को पेन ते फिर इधर नूं स्ट्रेट लैके आ, ये बन जाएगी बिहारी। हाँ जी, सिहारी, बिहारी, औंकड़, दलैंकड़। उस तो बाद जो तुसी अखर लिखोगे तो एक होर चीज यूज होंदी है जिन्होंने बोलते हैं हौड़ा। हौड़ा बनेगा इस तरीके का नाम, ते अगर असी विच डंडी पा दईए तो बन जाएगा घनौड़ा। इत्थों इहनूं सर्कुलर बनाना है। सर्कुलर या कह सकते हैं घुम्या। अगे जो तुसी बाणी लिखोगे तो विच यूज होएगी लां। ला बनाने वास्ते असी हिंदी च बनाने इस तरीके दे नाल, बट इत्थे इस तरह नहीं यूज होएगा, इत्थे यूज होएगा इस तरीके दे नाल। इस तरीके नाल क्यों? क्योंकि असी अखर लिख रहे हैं गोलिए, गोली अखर लिख रहे हैं इस करके मात्रावां भी गोलियां ही बननगियां। जिवें असी लिखिया बिना तां सिहारी, उस तो बाद बब्बा, फिर नन्ना, फिर दला। तो पहला इन्हूं इस तरह गोल ते दूसरी इस ऊपरों ही लैके आनी है। इस तरह इस करके लिखते हैं जो तुसीं इहनूं कलम नाल लिखोगे ना
ਤਾਂ ਤੁਹਾਨੂੰ ਇਸ ਦੀ ਟੈਕਨੀਕੈਲਿਟੀ ਪਤਾ ਲੱਗੇਗੀ ਕਿ ਇਸ ਦੀ ਖੂਬਸੂਰਤੀ ਨੂੰ ਘੁਮਾ ਕੇ ਲਿਖਣ ਵਿੱਚ ਕੀ ਹੈ, ਸਿੱਧੀ ਲਿਖਣ ਵਿੱਚ ਨਹੀਂ ਹੈ। ਇਸ ਕਰਕੇ ਹੋ ਜਾਏਗੀ ਸਿਹਾਰੀ। नंबर 6 कनौड़ा। ਹਾਂਜੀ, ਕਿਸੇ ਨੇ ਪੁੱਛਿਆ ਸੰਗਤ ਚੋਂ ਘਨੌੜਾ। ਘਨੌੜਾ ਬਣਾਉਣ ਵਾਸਤੇ ਅਸੀਂ ਪਹਿਲਾਂ ਸਿੱਧੀ ਲਾਈਨ ਖਿੱਚੀ, ਫਿਰ ਹੌਲਾ ਬਣਾਇਆ, ਉਸ ਤੋਂ ਬਾਅਦ ਅਸੀਂ ਇਹਨੂੰ ਇੱਥੋਂ ਘੁਮਾ ਦਿੱਤਾ। ਇਹ ਘੁੰਮਿਆ ਹੋਇਆ ਬਣੇਗਾ ਇਸ ਤਰੀਕੇ ਦੇ ਨਾਲ, ਸਟ੍ਰੇਟ ਨਹੀਂ ਬਣੇਗਾ। ਹਾਂਜੀ, ਤੇ 9th ਨੰਬਰ ਤੇ ਮੁਕਤਾ, ਕੰਨਾ। ਮੁਕਤਾ ਮਤਲਬ ਕੋਈ ਨਹੀਂ ਆਏਗੀ ਮਾਤਰਾ, ਤੇ ਕੰਨਾ ਮਤਲਬ ਸਿੰਪਲ। ਹੁਣ ਅਗਰ ਅਸੀਂ ਇਹਨੂੰ ਇਸ ਤਰ੍ਹਾਂ ਜਾਂ ਕਾਫੀ ਲੰਬਾ ਲੈ ਜਾਵਾਂਗੇ, ਐਸਾ ਘੁਮਾ ਲਾਂਗੇ ਤਾਂ ਇਹ ਗਲਤ ਹੋ ਜਾਏਗਾ। ਸਹੀ ਤਰੀਕਾ ਇਹ ਹੈ ਕਿ ਅੱਖਰ ਦੇ ਅੱਧ ਤੱਕ ਕੰਨਾ ਆਂਦਾ ਹੈ ਤੇ ਬਿਲਕੁਲ ਸਟ੍ਰੇਟ ਆਂਦਾ ਹੈ। ਇਸ ਵਿੱਚ ਅਸੀਂ ਕੋਈ ਚੇਂजेस ਨਹੀਂ ਕਰਦੇ। ਹਾਂਜੀ ਵਾਹਿਗੁਰੂ, ਜੋ ਵੀ ਅਸੀਂ ਅੱਜ ਤੱਕ ਕੀਤਾ ਉਸ ਵਿੱਚ ਕਿਸੇ ਵੀ ਅੱਖਰ ਦੇ ਵਿੱਚ, ਕਿਸੇ ਵੀ ਲਗਾ ਮਾਤਰਾ ਦੇ ਵਿੱਚ ਅਗਰ ਆਪ ਜੀ ਨੂੰ ਕੋਈ ਡਾਊਟ ਹੈ ਤਾਂ ਆਪ ਜੀ ਪੁੱਛ ਸਕਦੇ ਹੋ। ਤੇ ਤੁਹਾਡਾ ਅੱਜ ਦਾ ਹੋਮਵਰਕ ਹੈ ਕਿ ਕਿਉਂਕਿ ਅਸੀਂ ਸਾਰੇ ਅੱਖਰ ਕਰ ਲਏ ਹੈ, ਇਸ ਕਰਕੇ ਆਪ ਸਭ ਨੇ 35 ਲਿਖ ਕੇ ਭੇਜਣੀ ਹੈ ਅੱਜ। ਅਗਰ ਆਪ ਜੀ ਸਾਰਿਆਂ ਨੇ ਸਹੀ ਲਿਖੀ ਹੋਈ 35 ਤਾਂ ਫਿਰ ਅਸੀਂ ਕੱਲ ਮੂਲ ਮੰਤਰ ਕਰਾਂਗੇ, ਨਹੀਂ ਤਾਂ ਫਿਰ ਸਾਨੂੰ 35 ਤੇ ਦੁਬਾਰਾ ਆਉਣਾ ਪਏਗਾ ਤਾਂ ਕਿ ਸਾਨੂੰ ਸੀਰੀਜ਼ ਪਤਾ ਲੱਗੇ ਕਿ ਸਾਡੀ ਕਿੱਥੇ ਕਿੱਥੇ ਗਲਤੀ ਹੈ। 7, 8 and 9। ਹਾਂਜੀ, ਸੰਗਤ ਚੋਂ ਕਿਸੇ ਨੇ ਪੁੱਛਿਆ 7, 8 and 9। 9 ਤਾਂ ਸਿੰਪਲ ਕੰਨਾ ਹੈ, ਇਹ ਤਾਂ ਸਮਝਾਉਣ ਵਾਸਤੇ ਸੀ। ਕੰਨਾ ਬਣਾਇਆ ਕਿ ਸਟ੍ਰੇਟ ਲਾਈਨ ਲਗਾ ਕੇ ਏਦਾਂ, ਜਿਵੇਂ ਅਸੀਂ ਲਿਖਦੇ ਹਾਂ ਨਾਮ, ਤਾਂ ਨਾਮ ਦੇ ਵਿੱਚ ਜਿਹੜਾ ਕੰਨਾ ਹੈ ਉਹ ਅੱਖਰ ਦੇ ਅੱਧ ਤੱਕ ਆਏਗਾ, ਉਸ ਤੋਂ ਬਾਅਦ ਮ ਬਣੇਗਾ ਇੱਥੋਂ ਲਿਜਾ ਕੇ ਇਸ ਪਾਸੇ ਤੇ ਇਸ ਤਰ੍ਹਾਂ। ਇਹ ਹੈ ਕੰਨਾ ਜੋ ਅਸੀਂ ਯੂਜ਼ ਕੀਤਾ। ਪੇਅਰ ਵਿੱਚ ਕਿੱਦਾਂ ਪਾਣਾ? ਵਾਹਿਗੁਰੂ, ਕਿਸੇ ਨੇ ਕੋਈ ਸਵਾਲ ਪੁੱਛਿਆ, ਆਪ ਜੀ ਕਿਰਪਾ ਕਰਕੇ ਪੰਜਾਬੀ ਚ ਲਿਖੋ। ਜਦੋਂ ਤੁਸੀਂ ਇੰਗਲਿਸ਼ ਨੂੰ ਪੰਜਾਬੀ ਚ ਲਿਖਦੇ ਹੋ ਤਾਂ ਸਮਝ ਨਹੀਂ ਆ ਰਿਹਾ ਕਿ ਤੁਸੀਂ ਕੀ ਲਿਖਿਆ ਹੈ। ਹਾਂਜੀ, 7th ਤੇ 8th ਨੰਬਰ। 7th ਦੇ ਵਿੱਚ ਹੈ ਲਾ, ਇਹ ਹੈ ਦੁਲਾ। ਲਾ ਬਣਾਉਣ ਵਾਸਤੇ ਪਹਿਲਾਂ ਸਟ੍ਰੇਟ ਲਾਈਨ, ਫਿਰ ਉੱਪਰੋਂ ਸਿੰਪਲ ਇਸ ਤਰ੍ਹਾਂ। ਇਹ ਤੁਸੀਂ ਇਸ ਤਰ੍ਹਾਂ ਕਰਕੇ 7 ਨਹੀਂ ਬਣਾਉਣਾ, ਇਹਨੂੰ ਸਿੰਪਲ ਜੋੜਨਾ ਹੈ। ਜਿਵੇਂ ਅਸੀਂ ਲਿਖਦੇ ਹਾਂ ਜੇ ਥੀਆ ਜੇ, ਤਾਂ ਜੇ ਦੇ ਵਿੱਚ ਪਹਿਲਾਂ ਅਸੀਂ ਜੱਜਾ ਬਣਾਇਆ, ਉਸ ਤੋਂ ਬਾਅਦ ਅਸੀਂ ਜਿਹੜੀ ਲਾ ਹੈ ਘੁਮਾ ਕੇ ਥੱਲੇ ਤੱਕ ਲੈ ਕੇ ਆ ਗਏ। ਜਦੋਂ ਅਸੀਂ 45 ਡਿਗਰੀ ਤੇ ਕਲਮ ਰੱਖਦੇ ਹਾਂ ਤੇ ਇਹਨੂੰ ਇਸ ਤਰ੍ਹਾਂ ਘੁਮਾਉਂਦੇ ਹਾਂ ਤਾਂ ਉਹ ਬਹੁਤ ਸੋਹਣਾ ਬਣ ਜਾਂਦਾ ਹੈ ਲਾ। ਹਜੇ ਦਿਖਣ ਚ ਭਾਵੇਂ ਤੁਹਾਨੂੰ ਲੱਗ ਰਿਹਾ ਹੋਵੇ ਕਿ ਇਹ ਲਾ ਵਾਂਗ ਨਹੀਂ ਹੈ, ਪਰ ਜੋ ਤੁਸੀਂ ਕਲਮ ਨਾਲ ਲਿਖੋਗੇ, ਸਕੈਚ ਨਾਲ ਲਿਖੋਗੇ, ਕਿਉਂਕਿ ਉਹ ਥੋੜੇ ਮੋਟੇ ਨੇ, ਤੁਹਾਨੂੰ ਪਤਾ ਲੱਗੇਗਾ ਕਿ ਇਸਦੀ ਖੂਬਸੂਰਤੀ ਨੂੰ ਘੁਮਾ ਕੇ ਲਿਖਣ ਵਿੱਚ ਕੀ ਹੈ। ਆਪ ਵੀ ਚਾਹੋ ਤਾਂ ਦੂਸਰੇ ਤਰੀਕੇ ਨਾਲ ਵੀ ਲਿਖ ਸਕਦੇ ਹੋ, ਪਰ ਕਿਉਂਕਿ ਅਸੀਂ ਅੱਖਰਕਾਰੀ ਕਰ ਰਹੇ ਹਾਂ, ਹਰ ਅੱਖਰ ਵਿੱਚ ਕੁਝ ਨਾ ਕੁਝ ਯੂਨੀਕਨੈਸ ਹੈ, ਤਾਂ ਇਸ ਕਰਕੇ ਲਾ ਵਿੱਚ ਇਹ ਯੂਨੀਕਨੈਸ ਹੈ। ਅਗਰ ਇਹਨੂੰ 2 ਵਾਰੀ ਪਾ ਦਾਂਗੇ ਤਾਂ ਬਣ ਜਾਏਗਾ ਦੁਲਾ। ਸੰਗਤ ਚੋਂ ਕਿਸੇ ਨੂੰ ਬੋਲਣ ਦਾ ਮੌਕਾ ਚਾਹੀਦਾ, ਪੁੱਛਣ ਦਾ। ਹਾਂਜੀ ਹਾਂਜੀ ਵਾਹਿਗੁਰੂ, ਆਪ ਜੀ ਅਗਰ ਚੈਟ ਬਾਕਸ ਨਹੀਂ ਲਿਖ ਸਕਦੇ ਤਾਂ ਵਾਹਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਅਨਮਿਊਟ ਕਰ ਦਿਓ ਤਾਂ ਕਿ ਉਹ ਦੱਸ ਸਕਣ ਉਹਨਾਂ ਨੇ ਕੁਝ ਪੁੱਛਣਾ ਹੈ। ਮਾਤਰਾ ਲਾਈਨਾਂ ਨੂੰ ਟੱਚ ਕਰਦੀਆਂ ਹਨ। ਮਾਤਰਾ ਲਾਈਨਾਂ ਟੱਚ ਨਹੀਂ, ਮਾਤਰਾ ਨੂੰ ਲਾਈਨਾਂ ਨੂੰ ਨਹੀਂ ਟੱਚ ਕਰਨਾ। ਜਿਵੇਂ ਕਿ ਸਾਡੀ ਪੰਜਾਬੀ ਵਿੱਚ 3 ਲਾਈਨਾਂ, ਤਾਂ ਤੁਸੀਂ ਅਗਰ ਲਿਖਿਆ ਸੰਗਤ, ਤਾਂ ਇਸ ਪੂਰੇ ਵਿੱਚ ਤਾਂ ਸਾਡਾ ਅੱਖਰ ਹੀ ਆਇਆ ਹੈ। ਅਸੀਂ ਅੱਖਰ ਜਿੰਨੀ ਮਾਤਰਾ ਨਹੀਂ ਬਣਾਉਂਦੇ ਉੱਪਰ, ਮਤਲਬ ਟਿੱਪੀ ਬਿੰਦੀ ਜੋ ਵੀ ਤੁਸੀਂ ਲਗਾਓਗੇ ਜਾਂ ਸਿਹਾਰੀ ਲਗਾਓਗੇ, ਅਸੀਂ ਇੰਨਾ ਉੱਪਰ ਤੱਕ ਨਹੀਂ ਲੈ ਕੇ ਜਾਂਦੇ, ਅਸੀਂ ਇਹਨੂੰ ਇਸਦੇ ਅੱਧ ਵਿੱਚੋਂ ਹੀ ਮੋੜ ਲੈਂਦੇ ਹਾਂ ਇਸ ਤਰ੍ਹਾਂ। ਤਾਂ ਸਾਡਾ ਇਸ ਤਰ੍ਹਾਂ ਮਾਤਰਾ ਬਣੇਗੀ, ਉੱਪਰ ਤੱਕ ਇਸ ਨੂੰ ਨਹੀਂ ਲੈ ਕੇ ਜਾਣਾ, ਬਿਲਕੁਲ ਵੀ ਨਹੀਂ। ਹਾਂਜੀ, ਹੋਰ ਕੋਈ ਸਵਾਲ ਪੁੱਛਣਾ? ਹਾਂਜੀ, ਵਾਹਿਗੁਰੂ ਐਡਮਿਨ ਨੂੰ ਹੋਸਟ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਅਨਮਿਊਟ ਕਰ ਦਿਓ ਤਾਂ ਕਿ ਉਹਨਾਂ ਨੇ ਕੁਝ ਸਵਾਲ ਪੁੱਛਣਾ ਹੈ ਸੰਗਤ ਚੋਂ ਕਿਸੇ ਨੇ। हेलो
हेलो हाँ जी हेलो हाँ जी वाहिगुरु जी हाँ जी वाहिगुरु वाहिगुरु जी सानू कुछ पूछना सी हाँ जी हुक्म जी ਵਾਹਿਗੁਰੂ ਅਸੀਂ ਨਾ ਇਹ ਕਲਾਸ ਅੱਜ ਤੋਂ ਹੀ ਜੁਆਇਨ ਕੀਤੀ ਹੈ ਤਾਂ ਸਾਡਾ ਬੜਾ ਇਹ ਮਨ ਦੀ ਇੱਛਾ ਸੀ ਕਿ ਅਸੀਂ ਸ਼ੁਰੂ ਤੋਂ ਸਾਰਾ ਕੁਝ ਸਿੱਖੀਏ ਤੇ ਹੁਣ ਅਸੀਂ ਅੱਜ ਜੁਆਇਨ ਕੀਤੀ ਹੈ ਤੇ ਅਸੀਂ ਜਿੰਨਾ ਕੁ ਸਿੱਖ ਪਾਏ ਆ ਬਟ ਅਗਰ ਬੰਦਾ ਸ਼ੁਰੂ ਤੋਂ ਸਿੱਖਿਆ ਦੇਖੇ ਤੇ ਉਹ ਜ਼ਿਆਦਾ ਵਧੀਆ ਸਿੱਖੇਗਾ ਤਾਂ ਅਸੀਂ ਹਾਂਜੀ ਚਾਹੁੰਦੇ ਹਾਂ ਕਿ ਪਲੀਜ਼ ਸਾਨੂੰ ਇੱਕ ਵਾਰੀ ਸ਼ੁਰੂ ਤੋਂ ਤੁਸੀਂ ਅਗਰ ਕਿਰਪਾ ਕਰੋ ਸਿਖਾ ਦਿਓ ਹਾਂਜੀ ਹਾਂਜੀ ਵਾਹਿਗੁਰੂ ਕੋਈ ਗੱਲ ਨਹੀਂ ਕਲਾਸਿਸ ਇਹ ਸਾਰੀਆਂ ਰਿਕਾਰਡ ਹੋ ਰਹੀਆਂ ਨੇ ਤੇ ਇਹ ਸਾਰੀਆਂ YouTube ਤੇ ਅਵੇਲੇਬਲ ਨੇ ਗਰੁੱਪ ਦੇ ਵਿੱਚ ਤੁਸੀਂ ਐਡ ਹੋ ਕਿ ਨਹੀਂ ਕਿਉਂਕਿ ਉੱਥੇ ਲਿੰਕ ਭੇਜਿਆ ਹੋਇਆ ਚੈਨਲ ਦਾ ਤੁਹਾਨੂੰ ਉੱਥੇ ਜੋ ਵੀ ਅਸੀਂ ਹੁਣ ਤੱਕ ਕੀਤਾ ਹੈ ਸਭ ਚੀਜ਼ਾਂ ਦੀ ਵੀਡੀਓ ਮਿਲ ਜਾਏਗੀ ਪਲੱਸ ਅਗਰ ਤੁਸੀਂ ਕੁਝ ਸਪੈਸੀਫਿਕਲੀ ਪੁੱਛਣਾ ਹੈ ਤਾਂ ਇਹ ਨੰਬਰ ਹੈ ਤੁਸੀਂ ਜਦ ਮਰਜ਼ੀ ਪੁੱਛ ਸਕਦੇ ਹੋ मैम ਹਾਂਜੀ मैम मैं कह रही सी कि 35 अखरी नाल सानू मात्रावां भी लिख के भेजनियां ने ਹਾਂਜੀ होमवर्क ਹਾਂਜੀ च ਹਾਂਜੀ 35 ਤੇ ਅੱਖਰ ਕੱਲ ਵੀ ਤੇ ਮਾਤਰਾਵਾਂ ਵੀ ਅਗਰ ਤੁਹਾਨੂੰ ਦੋਨੋਂ ਚੀਜ਼ਾਂ ਆ ਗਈਆਂ ਤਾਂ ਫਿਰ ਅਸੀਂ ਮੂਲ ਮੰਤਰ ਲਿਖਾਂਗੇ ਤੇ ਮੈਮ ਕੱਲ ਤੋਂ ਸਾਡੀ ਕੈਲੀਗ੍ਰਾਫੀ ਕਲਾਸ ਖਤਮ ਹੋ ਜਾਏਗੀ ਮੀਨਸ ਗੁਰਮਤ ਕੈਂਪ ਹਾਂਜੀ ਪਰ ਤੁਸੀਂ ਆਪਣੇ ਜੀਵਨ ਚੋਂ ਖਤਮ ਨਹੀਂ ਕਰਨਾ ਸਿਰਫ ਕਲਾਸਿਸ ਖਤਮ ਹੋਣਗੀਆਂ ਤੁਹਾਡੇ ਜੀਵਨ ਚ ਉਸ ਤਰ੍ਹਾਂ ਹੀ ਚੱਲਦੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਡਿਸਕਸ਼ਨ ਹੋਇਆ ਹੈ ਅਗਰ ਲੋਕਡਾਊਨ ਅੱਗੇ ਵੱਧਦਾ ਰਹੇਗਾ ਗੁਰੂ ਸਾਹਿਬ ਨੇ ਚਾਹਿਆ ਤੇ ਤੁਹਾਡੀ ਕਲਾਸਿਸ ਵੀ ਅੱਗੇ ਕੰਟੀਨਿਊ ਹੋ ਸਕਦੀਆਂ ਨੇ ਅਗਰ ਤੁਸੀਂ ਐਸੇ ਉਤਸ਼ਾਹ ਨਾਲ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਰਹੋਗੇ ਧੰਨਵਾਦ ਜੀ ਹਾਂਜੀ ਵਾਹਿਗੁਰੂ ਕਿਸੇ ਨੂੰ ਅਗਰ ਕੋਈ ਡਾਊਟ ਹੈ ਤਾਂ ਆਪ ਜੀ ਪੁੱਛ ਸਕਦੇ ਹੋ ਫਤਿਹ ਜੀ ਹਾਂਜੀ ਲਾਈਨ ਬਾਰੇ ਪੁੱਛਣਾ ਸੀ ਜੋ ਅੱਖਰ ਲਿਖਿਆ ਹੋਇਆ ਜੀ ਅੱਖਰ ਦੇ ਨਾਲ ਟੱਚ ਕਰੂਗੀ ਜੀ ਮਾਤਰਾ ਇਹਦੀ ਹਾਂਜੀ ਵਾਹਿਗੁਰੂ ਦੱਸਿਆ ਜਿਹੜੀ ਕਿ ਤੁਸੀਂ ਨਾਲ ਟੱਚ ਕੀਤੀ ਹੋਈ ਹੈ ਜੀ ਨਹੀਂ 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 ਲਾਈਨ ਦੇ ਨਾਲ ਨਹੀਂ ਜੀ ਅੱਖਰ ਦੇ ਨਾਲ ਪੁੱਛਦਾ ਜੀ ਅੱਖਰ ਦੇ ਨਾਲ ਟੱਚ ਕਰੂਗੀ ਜਿਵੇਂ ਜੱਜੇ ਦੇ ਦਲਾਈਆਂ ਲਾਈਆਂ ਹੋਈਆਂ ਜੀ ਤੁਸੀਂ ਇੱਥੇ ਜੱਜੇ ਦੇ ਤਾਂ ਉੱਪਰ ਲਾਈਆਂ ਹੋਈਆਂ ਇਹ ਟੱਚ ਕਰ ਰਹੀਆਂ ਹਾਂਜੀ ਇਹ ਹਾਂਜੀ ਟੱਚ ਇੱਥੇ ਕਰੂਗੀ ਟੱਚ ਕਰੇਗਾ ਹਾਂਜੀ ਇੱਥੇ ਹੋਏਗਾ ਨਹੀਂ ਤਾਂ ਸਾਨੂੰ ਪਤਾ ਨਹੀਂ ਲੱਗਦਾ ਨਾ ਕਿ ਅਸੀਂ ਦੋ ਵਾਰੀ ਲਾ ਪਾਈ ਹੈ ਕਿ ਦੁਲਾ ਪਾਈ ਹੈ ਦੁਲਾ ਹਮੇਸ਼ਾ ਜੜ ਵਿੱਚ ਜੁੜਦੀ ਹੈ ਇਸ ਦਾ ਬੇਸਿਕ ਰੂਲ ਹੈ ਕਿ ਹਮੇਸ਼ਾ ਇਹ ਸੈਂਟਰ ਦੇ ਵਿੱਚ ਇੱਥੇ ਆ ਕੇ ਇਹਦੀ ਜੜ ਦੇ ਵਿੱਚ ਜੁੜੇਗੀ ਇਹ ਸਾਰੀਆਂ ਮਾਤਰਾਵਾਂ ਹੀ ਜੁੜਦੀਆਂ ਜੀ ਵੈਸੇ ਜਿਹੜੀ ਆਪਣੇ ਨਿਊਜ਼ਪੇਪਰ ਦੇ ਵਿੱਚ ਨਿਊਜ਼ਪੇਪਰ ਚ ਆ ਰਿਹਾ ਜੀ ਉਹਦੇ ਵਿੱਚ ਨਹੀਂ ਜੁੜਦੀ ਨਹੀਂ ਨਹੀਂ ਦੇਖੋ ਮਾਤਰਾ ਉਹ ਜੀ ਪਵਿੱਤਰ ਅੱਖਰ ਨੇ ਵਾਹਿਗੁਰੂ ਅਸੀਂ ਹਾਂਜੀ ਛਾਪੇਖਾਨੇ ਦੇ ਅੱਖਰ ਫੋਲੋ ਨਹੀਂ ਕਰ ਰਹੇ ਅਸੀਂ ਸਿੱਖ ਰਿਹਾ ਪੁਰਾਤਨ ਮਰਿਆਦਾ ਜਿਸ ਤਰ੍ਹਾਂ ਗੁਰਸਿੱਖਾਂ ਠੀਕ ਨੇ ਹੈ ਬਾਣੀ ਲਿਖੀ ਉਸ ਦੇ ਵਿੱਚ ਆਪ ਜੀ ਠੀਕ ਕਿਸੇ ਵੀ ਜਗ੍ਹਾ ਚੈੱਕ ਕਰ ਲਓ ਉਸ ਦੇ ਵਿੱਚ ਇਸ ਨੂੰ ਜੋੜਿਆ ਹੋਇਆ ਹੈ ਹਾਂਜੀ ਪਰ ਜਿਵੇਂ ਠੀਕ ਤੁਸੀਂ ਸਿਹਾਰੀ ਬਿਹਾਰੀ ਹੋਵੇ ਜਾਂ ਹੋਰ ਅੱਖਰ ਹੋ ਉਹਨਾਂ ਨੂੰ ਨਹੀਂ ਆਪਸ ਵਿੱਚ ਜੋੜਨਾ ਜਿਵੇਂ ਤੁਸੀਂ ਇਹ ਸਿਹਾਰੀ ਬਣਾਈ ਹੈ ਤੁਸੀਂ ਬਿਹਾਰੀ ਬਣਾਈ ਹੈ ਤੁਸੀਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਜੋੜ ਨਹੀਂ ਸਕਦੇ ਨਾਲ ਤੁਸੀਂ ਸਿਹਾਰੀ ਅਲੱਗ ਬਣਾਣੀ ਹੈ ਤੇ ਬਿਹਾਰੀ ਅਲੱਗ ਬਣਾਣੀ ਹੈ ਇਹਨੂੰ ਨਹੀਂ ਆਪਸ ਵਿੱਚ ਜੋੜਨਾ ਸਿਰਫ ਇਸ ਦੇ ਵਾਸਤੇ ਰੂਲ ਹੈ ਇਹਨੂੰ ਜੜ ਦੇ ਵਿੱਚ ਲੈ ਕੇ ਆਣਾ ਤਾਂ ਹੀ ਪਤਾ ਲੱਗੇਗਾ ਨਹੀਂ ਤਾਂ ਅਸੀਂ ਡਿਫਰੈਂਸ਼ੀਏਟ ਹੀ ਨਹੀਂ ਕਰ ਪਾਵਾਂਗੇ ਜਿਵੇਂ ਲਾ ਆਇਆ ਅਸੀਂ ਦੁਬਾਰਾ ਇੱਥੇ ਇਸ ਤਰ੍ਹਾਂ ਬਣਾਤਾ ਤਾਂ ਸਾਨੂੰ ਦੋ ਲਾਵਾਂ ਲੱਗ ਸਕਦੀਆਂ ਨੇ ਸਾਨੂੰ ਦੁਲਾ ਨਹੀਂ ਲੱਗੇਗੀ ਸਾਨੂੰ ਲੱਗੇਗਾ ਕਿ ਹਾਂ ਦੋ ਵਾਰੀ ਲਾ ਪਾਈ ਹੋਈ ਹੈ ਅਲੱਗ-ਅਲੱਗ ਅੱਖਰਾਂ ਤੇ ਇੱਕੋ ਅੱਖਰ ਨੂੰ ਸਾਨੂੰ ਲਿਖਣ ਵਾਸਤੇ ਨਾ ਜੜ ਵਿੱਚ ਜੋੜਨਾ ਪਏ ਹਾਂਜੀ ਵੈਗਰੂ ਕਿਸੇ ਨੇ ਹੁਣੇ ਕੋਈ ਸਵਾਲ ਪੁੱਛਿਆ ਆਪ ਜੀ ਦੁਬਾਰਾ ਪੁੱਛ ਸਕਦੇ ਹੋ ਕਿਸੇ ਨੇ ਚੈਟ ਬਾਕਸ 'ਚ ਭੇਜਿਆ ਸੀ ਕਿਸੇ ਅੱਖਰ ਦੇ ਹੇਠਾਂ ਰਾਰਾ ਜਾਂ ਹਾਹਾ ਲੱਗਣਾ ਹੋਏਗਾ ਤਾਂ ਹਾਂਜੀ ਜਿਹੜੇ ਪੈਰ 'ਚ ਅੱਖਰ ਨੇ ਆਪਾਂ ਜ਼ਰੂਰ ਕਰਾਂਗੇ ਪਰ ਮੈਂ ਚਾਹਨੀ ਹਾਲੇ ਤੁਸੀਂ ਇੱਕ ਵਾਰੀ ਬੇਸਿਕ ਅੱਖਰ ਸਿੱਖ ਲਓ ਪੈਰ 'ਚ 3 ਅੱਖਰ ਪੈਂਦੇ ਨੇ ਇਸ ਦੇ ਬਾਰੇ ਕੱਲ ਡਿਸਕਸ਼ਨ ਹੋਏਗੀ ਜਦੋਂ ਅਸੀਂ 35 ਮੁਕਾ ਲਾਂਗੇ ਉਹ ਹਜੇ ਐਡਵਾਂਸ ਲੈਵਲ ਹੈ ਤੁਸੀਂ ਅਜੇ 35 ਤੇ ਮਾਤਰਾਵਾਂ ਇਹਨਾਂ ਤੇ ਮੁਹਾਰਤ ਹਾਸਲ ਕਰੋ ਫਿਰ ਕੱਲ ਅਸੀਂ ਅਗਰ ਤੁਸੀਂ ਸਹੀ ਲਿਖ ਕੇ ਭੇਜਦੇ ਹੋ ਫਿਰ ਕੱਲ ਅਸੀਂ ਮੂਲ ਮੰਤਰ ਤੇ ਪੈਰ 'ਚ ਪੈਣ ਵਾਲੇ ਅੱਖਰ ਜ਼ਰੂਰ ਕਰਾਂਗੇ ਹੋਰ ਕਿਸੇ ਨੂੰ ਕਿਸੇ ਵੀ ਤਰੀਕੇ ਦਾ ਸਵਾਲ ਹੋਏ ਤਾਂ ਪੁੱਛ ਸਕਦੇ ਹਨ ठीक है वाहिगुरु जी
हाँ जी, किसी ने कहा कि पूरे बोर्ड का व्यू आप ले लो स्क्रीनशॉट। हाँ जी, ਅੱਜ ਦੀ ਕਲਾਸ ਤੁਹਾਨੂੰ YouTube ਤੇ ਮਿਲ ਜਾਏਗੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਾਮ ਦਾ YouTube ਚੈਨਲ ਹੈ, ਉੱਥੇ ਮਿਲ ਜਾਏਗੀ। ਅਗਰ ਮਤਲਬ ਤੁਸੀਂ ਲਾਈਵ ਦੇਖਣੀ ਉੱਥੋਂ ਵੀ ਦੇਖ ਲਓ, ਉੱਥੇ ਰਿਕਾਰਡਡ ਵੀ ਨਾਲ ਦੇ ਨਾਲ ਅਪਲੋਡ ਹੋ ਜਾਂਦੀ ਹੈ। ਅਗਰ ਤੁਸੀਂ ਬੇਸਿਕਸ ਦੇਖਣੇ ਹੈ ਤੇ ਹੁਣ ਤੱਕ ਦੀ ਪੁਰਾਣੀ ਕਲਾਸਿਸ ਦੇਖਣੀ ਹੈ ਤਾਂ ਬੇਸਿਕਸ ਤੇ ਪੁਰਾਣੀ ਕਲਾਸਿਸ ਉਸਦਾ ਤੁਹਾਨੂੰ ਲਿੰਕ ਗਰੁੱਪ ਵਿੱਚ ਮਿਲ ਜਾਏਗਾ, ਜਿਹੜਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਗਰੁੱਪ ਬਣਿਆ ਹੋਇਆ ਹੈ। ਕਿਸੇ ਨੇ ਕਿਹਾ ਮੁਹਾਰ ਸਮੇਤ ਜੀ, ਹਾਂਜੀ ਮੁਹਾਰ ਸਮੇਤ, ਹਾਂਜੀ ਮੁਹਾਰਾਂ ਸਮੇਤ ਮੁਹਾਰ ਜੋ ਵੀ ਅਸੀਂ ਅੱਜ ਤੱਕ ਕੀਤਾ ਨਾ ਪੈਂਤੀ ਉਸਦੀਆਂ ਮੁਹਾਰਾਂ ਤੇ ਸਹਾਈ ਜਾਈ ਤੁਸੀਂ ਸਾਰਾ ਸਮਝ ਕਰਕੇ ਅੱਜ ਭੇਜਣਾ ਹੈ। ਅਗਰ ਸਭ ਸਹੀ ਹੋਇਆ ਜ਼ਿਆਦਾਤਰ ਬੱਚਿਆਂ ਦਾ ਤਾਂ ਫਿਰ ਅਸੀਂ ਅੱਗੇ ਵਧਾਂਗੇ ਤੇ ਕੱਲ ਅਸੀਂ ਮੂਲ ਮੰਤਰ ਕਰਾਂਗੇ ਤੇ ਪੈਰਾਂ 'ਚ ਪੈਣ ਵਾਲੇ ਅੱਖਰ ਕਰਾਂਗੇ। ਠੀਕ ਹੈ ਵਾਹਿਗੁਰੂ, ਹੁਣ ਅਸੀਂ ਆਪਣੀ ਜਮਾਤ ਦੀ ਸਮਾਪਤੀ ਕਰਦੇ ਹਾਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਨੂੰ ਡਾਊਟ ਹੈ ਅਨਮਿਊਟ ਕਰਨਾ, ਕਿਸੇ ਨੂੰ ਡਾਊਟ ਹੈ ਕਹਿੰਦੇ ਮੈਨੂੰ ਅਨਮਿਊਟ ਕਰੋ। ਕਿੰਨੂੰ ਮੈਮ ਚੈਨਲ ਦਾ ਨਾਂ ਕੀ ਹੈ? ਚੈਨਲ ਦਾ ਨਾਮ ਹੈ ਗੁਰਬਾਣੀ ਬਣੀ ਹੈ। ਤੁਹਾਡੇ ਫੋਨ 'ਚ ਪੰਜਾਬੀ ਕੀਬੋਰਡ ਹੋਏਗਾ, ਤੁਸੀਂ ਉਸ ਵਿੱਚ ਲਿਖ ਹਾਂਜੀ ਗੁਰਬਾਣੀ एक जरूरी बेनती साड़ी ठीक 5 बजे शुरू हो जाएगी। 5 ਤੋਂ 6 ਵਜੇ ਤੱਕ ਅੱਜ ਕਲਾਸ ਹੋਏਗੀ। ਇਸ ਕਲਾਸ ਵਿੱਚ ਸੁਕ੍ਰਿਤ ਟਰਸਟ ਦੇ ਵੀਰ ਸਰਬਜੀਤ ਸਿੰਘ ਜੀ ਉਹ ਆਪ ਜੀ ਦੇ ਦਰਸ਼ਨ ਕਰਨਗੇ। ਉਸ ਤੋਂ ਇਲਾਵਾ ਪ੍ਰੋਫੈਸਰ ਆਰਪੀ ਸਿੰਘ ਜੀ ਐਕਸ ਡਾਇਰੈਕਟਰ HBTI ਕਾਨਪੁਰ ਦੇ, ਉਸ ਤੋਂ ਇਲਾਵਾ ਬਰਜਿੰਦਰ ਪਾਲ ਸਿੰਘ ਜੀ